दसम ग्रंथ का चैप्टर या अध्याय सतवां अध्याय 24 अवतार। तो 24 अवतार का मतलब 24 अवतारां की व्याख्या। तो 20वां अवतार ये राम अवतार की व्याख्या 393 नंबर सफ़े तो शुरू होंगी है। ये 393 तो लैके ते 407 नंबर सफ़े तक पहले भाग के कथा की गई सी जी कि पै चुकी है। पहला भाग तुम देख सकते हो। मैं दूजे भाग तो अज शुरू कर रहा जी इसका अपना 408 नंबर सफ़े के उत्तों। तो पहला भाग जरा तुम देखना मैं सारे लिंक थले ये पा दूँगा जिन्ने भी ये भाग बने। तो आप जी व्याख्या शुरू करते हैं। ਸਾਰੇ ਸ਼ਸਤਰ ਵੀ ਚੱਲਦੇ ਸਨ। ਲਹੂ ਨਾਲ ਰੰਗੇ ਹੋਏ ਸੂਰਮੇ ਇਉਂ ਲੱਗਦੇ ਸਨ ਜਿਉਂ ਵਿਆਹ ਨੂੰ ਚੜ੍ਹੇ ਹਨ। ਬਹੁਤੇ ਸੂਰਮੇ ਘਾਇਲ ਹੋ ਕੇ ਇਸ ਤਰ੍ਹਾਂ ਘੁੰਮਦੇ ਸਨ ਜਿਸ ਤਰ੍ਹਾਂ ਸ਼ਰਾਬੀ ਝੂਮਦੇ ਸਨ। ਸੂਰਮੇ ਇੰਜ ਸ਼ੋਭ ਰਹੇ ਸਨ ਜਿਵੇਂ ਫੁੱਲ ਖਿੜੇ ਹੁੰਦੇ ਹਨ। ਦੈਂਤ ਰਾਜਾ ਸੁਬਾਹੂ ਹੱਠ ਨਾਲ ਤਤਪਰ ਹੋ ਗਿਆ ਸੀ। ਹੱਠ ਨਾਲ ਯਾਨੀ ਜਿੱਦ ਦੇ ਨਾਲ ਪੂਰਾ ਭਰਿਆ ਪਿਆ ਸੀ, ਤਤਪਰ ਹੋਇਆ ਪਿਆ ਸੀ। ਘੋਰ ਵਾਜੇ ਵੱਜਦੇ ਸਨ ਜਿਨ੍ਹਾਂ ਦੀ ਧੁਨ ਅੱਗੋਂ ਬੱਦਲ ਵੀ ਲਜਾਉਂਦੇ ਸਨ, ਮਤਲਬ ਕਿ ਸ਼ਰਮਾਉਂਦੇ ਸਨ ਜਿਹੜੇ ਵਾਜਿਆਂ ਦੀ ਧੁਨ ਦੇ ਅੱਗੇ। ਤੇ ਰੱਥਾਂ ਵਾਲਿਆਂ ਨੇ ਹਾਥੀ ਮਾਰ ਸੁੱਟੇ ਸਨ, ਘੋੜੇ ਛੁੱਟੇ ਫਿਰਦੇ ਸਨ। ਭਾਰਾ ਯੁੱਧ ਹੋਇਆ ਸੀ ਜਿਸ ਕਰਕੇ ਸ਼ਿਵ ਦੀ ਸਮਾਧੀ ਖੁੱਲ੍ਹ ਗਈ ਸੀ। ਭਗਵਾਨ ਸ਼ਿਵ ਦੀ ਇਹਦੇ ਸਾਰੇ ਰੌਲੇ ਰੱਪੇ ਕਰਕੇ ਉਹਨਾਂ ਦੀ ਸਮਾਧੀ ਖੁੱਲ੍ਹ ਗਈ। ਘੰਟੇ ਤੇ ਭੇਰੀਆਂ ਵੱਜਦੇ ਸਨ ਜਿਨ੍ਹਾਂ ਤੋਂ ਡਮ ਡਮ ਦੀ ਆਵਾਜ਼ ਨਿਕਲਦੀ ਸੀ। ਧੌਂਸੇ ਗੂੰਜਦੇ ਸਨ ਅਤੇ ਘੋੜੇ ਹਿਣਕਦੇ ਸਨ। ਤਲਵਾਰਾਂ ਦੇ ਵੱਜਣ ਨਾਲ ਧੂੰ ਦੀ ਆਵਾਜ਼ ਹੁੰਦੀ ਸੀ। ਟੱਕਾ ਟੱਕ ਕਰਕੇ ਟੋਪ ਟੁੱਟਦੇ ਸਨ। ਢਾਲਾਂ ਅਤੇ ਕਵਚ ਕੱਟੇ ਜਾ ਰਹੇ ਸਨ ਅਤੇ ਯੋਧੇ ਛਤਰੀ ਧਰਮ ਪਾਲ ਰਹੇ ਸਨ। ਛਤਰੀਏ ਧਰਮ ਹੈ ਜਿਹੜਾ ਯੋਧੇ ਉਹਨੂੰ ਪਾਲ ਰਹੇ ਸਨ। ਰਾਮ ਤੇ ਸੁਬਾਹੂ ਜਿਹੜਾ ਦੈਂਤ ਸੀਗਾ ਉਹਨਾਂ ਦਾ ਹੈੱਡ ਦਾ ਦਵੰਦ ਯੁੱਧ ਹੋਇਆ। ਰਾਮ ਕ੍ਰੋਧ ਨਾਲ ਭਰ ਗਏ। ਉਹਨਾਂ ਨੇ ਦੁਸ਼ਟ ਦੀ ਬਾਂਹ ਕੱਟ ਦਿੱਤੀ ਅਤੇ ਅੰਤ ਨੂੰ ਸੁਬਾਹੂ ਨੂੰ ਮਾਰ ਦਿੱਤਾ ਜੀ। ਡਰਦੇ ਹੋਏ ਦੈਂਤ ਭੱਜ ਗਏ। ਭੱਜਣਾ ਹੀ ਸੀਗਾ ਜਦੋਂ ਉਹਨਾਂ ਦਾ ਜਾਣੀ ਜਿਹੜਾ ਲੀਡਰ ਹੈ ਸੁਬਾਹੂ ਉਹ ਮਾਰਿਆ ਗਿਆ। ਅਤੇ ਰਣ ਵਿੱਚ ਰਾਮ ਗੱਜਦੇ ਸਨ। ਇਸ ਤਰ੍ਹਾਂ ਉਹਨਾਂ ਨੇ ਧਰਤੀ ਦਾ ਭਾਰ ਉਤਾਰ ਦਿੱਤਾ। ਲਓ ਜੀ ਰਾਖਸ਼ਸ ਮਾਰਤੇ ਅਤੇ ਉਹਨਾਂ ਦਾ ਹੈੱਡ ਮਾਰਤਾ। ਦੈਂਤ ਭੱਜ ਗਏ ਅਤੇ ਭਾਰ ਜਾਣੀ ਮੁਕਤ ਹੋ ਗਈ ਇਹ ਬੁਰਾਈ ਤੋਂ ਜਿਹੜੀ ਧਰੀਆਂ ਭਾਰ ਉਤਰ ਗਿਆ। ਰਿਸ਼ੀਆਂ ਨੂੰ ਬਚਾ ਲਿਆ ਅਤੇ ਰਿਸ਼ੀਆਂ ਨੂੰ ਬਚਾ ਲਿਆ। ਸਾਰੇ ਸਾਧ ਪ੍ਰਸੰਨ ਹੋ ਗਏ ਅਤੇ ਜਿੱਤ ਦੇ ਗੀਤ ਗਾਏ ਜਾ ਰਹੇ ਸਨ। ਦੇਵਤੇ ਰਾਮ ਦੀ ਪੂਜਾ ਕਰ ਰਹੇ ਸਨ। ਵੇਦ ਚਰਚਾ ਹੋ ਰਹੀ ਸੀ। ਵਿਸ਼ਵਾਮਿੱਤਰ ਦਾ ਯੱਗ ਪੂਰਾ ਹੋ ਗਿਆ ਕਿਉਂਕਿ ਇਹ ਹੁੜਦੰਗ ਪਾਉਂਦੇ ਸੀਗੇ, ਪੂਰਾ ਨਹੀਂ ਸੀ ਹੋਣ ਦਿੰਦੇ। ਇਹ ਪੂਰਾ ਹੋ ਗਿਆ ਰਾਮ ਉਹਨਾਂ ਦੀ ਕਿਰਪਾ ਦੇ ਨਾਲ ਅਤੇ ਪਾਪ ਦੂਰ ਹੋ ਗਏ। ਸਾਰੇ ਦੇਵਤੇ ਪ੍ਰਸੰਨ ਹੋ ਗਏ। ਧਨ ਦੀ ਵਰਖਾ ਹੋਣ ਲੱਗੀ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦੀ ਕਥਾ ਵਿੱਚ ਸੁਬਾਹੂ ਮਰੀਚ ਬੱਧ ਅਤੇ ਯੋਗ ਸੰਪੂਰਨ ਕਰਨ ਦੀ ਸਮਾਪਤੀ। ਹੁਣ ਸੀਤਾ ਸਵੰਬਰ ਦਾ ਕਥਨ। ਸੀਤਾ ਦਾ ਸਵੰਬਰ ਸ਼ੁਰੂ ਹੋ ਜਾਂਦਾ ਜੀ। ਹੁਣ ਰਸ਼ਾਵਲ ਛੰਦ। ਸੀਤਾ ਦਾ ਜਨਕ ਨੇ ਸਵੰਬਰ ਰਚਿਆ ਜੋ ਗੀਤਾ ਵਾਂਗ ਵੱਡੀ ਪਵਿੱਤਰ ਸੀ। ਗੀਤਾ ਵਾਂਗ ਪਵਿੱਤਰ ਸੀ ਸੀਤਾ। ਤੇ ਗੀਤਾ ਹੈਗੀ ਆ ਮਹਾਭਾਰਤ ਦੇ ਨਾਲ ਭਗਵਤ ਗੀਤਾ ਜਾਂ ਗੀਤਾ ਕੁਝ ਹੋਰ ਵੀ ਹੋ ਸਕਦੀ ਹੈ। ਜਿਹੜੀ ਮੇਰੇ ਦਿਮਾਗ 'ਚ ਤਾਂ ਭਗਵਤ ਗੀਤਾ ਗੀਤਾ ਪਵਿੱਤਰ ਸੀ ਮੀਨ ਭਗਵਤ ਗੀਤਾ। ਅਤੇ ਗੀਤਾ ਦਾ ਤਾਂ ਉਸ ਵੇਲੇ ਜ਼ਿਕਰ ਹੀ ਨਹੀਂ ਸੀਗਾ ਤ੍ਰੇਤਾ ਯੁੱਗ ਦੇ ਵਿੱਚ ਕਿਉਂਕਿ ਇਹ ਸਾਰਾ ਤ੍ਰੇਤਾ ਯੁੱਗ ਹੈ ਰਾਮਚੰਦਰ ਵਾਲਾ। ਅਤੇ ਜਿਹੜਾ ਇਹ ਗੀਤਾ ਵਾਲਾ ਯੁੱਗ ਆਇਆ ਭਗਵਾਨ ਕ੍ਰਿਸ਼ਨ ਵਾਲਾ ਇਹ ਆਇਆ ਹੈਗਾ ਦੁਆਪਰ ਯੁੱਗ ਦੇ ਵਿੱਚ। ਸਮਝ ਤੋਂ ਬਾਹਰ ਹੈ ਜੀ ਇਹ। ਚਲੋ ਜਿਹੜੀ ਸੀਤਾ ਦਾ ਇਹਦਾ ਜਨਕ ਨੇ ਸਵੰਬਰ ਰਚਿਆ। ਰਾਜਾ ਜਨਕ ਸੀਤਾ ਦਾ ਫਾਦਰ। ਸੀਤਾ ਗੀਤਾ ਵਾਂਗ ਪਵਿੱਤਰ ਸੀ। ਕੋਇਲ ਵਰਗੀ ਸੁੰਦਰ ਬੋਲਾਂ ਵਾਲੀ ਅਤੇ ਹਿਰਨੀਆਂ ਵਰਗੀਆਂ ਅੱਖਾਂ ਵਾਲੀ ਸੀ। ਮੁਨੀ ਰਾਜ ਵਿਸ਼ਵਾਮਿੱਤਰ ਨੇ ਸਵੰਬਰ ਦੀ ਗੱਲ ਸੁਣ ਲਿਆ ਸੀ। ਜਾਣੀ ਇਹ ਜਿਹੜੀ ਸਵੰਬਰ ਦੀ ਗੱਲਬਾਤ ਸੀਗੀ ਰਾਮ ਨੂੰ ਨਹੀਂ ਮਿਲੀ, ਇਹ ਵਿਸ਼ਵਾਮਿੱਤਰ ਨੂੰ ਮਿਲੀ ਕਿ ਚੌਹਾਂ ਕੁੱਟਾਂ ਅਤੇ ਦਿਸ਼ਾਵਾਂ ਤੋਂ ਰਾਜਕੁਮਾਰ ਆ ਰਹੇ ਹਨ। ਇਹ ਗੱਲਬਾਤ ਅਸਲ 'ਚ ਪਤਾ ਲੱਗੀ ਸੀ ਵਿਸ਼ਵਾਮਿੱਤਰ ਨੂੰ। ਹੁਣ ਕਿਉਂਕਿ ਵਿਸ਼ਵਾਮਿੱਤਰ ਦੀ ਹੈਲਪ ਕੀਤੀ ਸੀ ਭਗਵਾਨ ਰਾਮ ਨੇ ਅਤੇ ਇਸ ਕਰਕੇ ਉਹਨਾਂ ਨੇ ਰਾਮ ਤੱਕ ਅੱਗੇ ਇਨਫੋਰਮੇਸ਼ਨ ਪਾਸ ਔਨ ਕੀਤੀ ਸਵੰਬਰ ਵਾਲੀ। ਇਸ ਲਈ ਉਸਨੇ ਰਾਮ ਨੂੰ ਆਪਣੇ ਨਾਲ ਲਿਆ ਅਤੇ ਧਰਮ ਧਾਮ ਰਾਜਾ ਜਨਕ ਦੇ ਸ਼ਹਿਰ ਵੱਲ ਚੱਲ ਪਿਆ। ਲਓ ਜੀ ਰਾਮ ਨੂੰ ਨਾਲ ਲੈ ਕੇ ਵਿਸ਼ਵਾਮਿੱਤਰ ਜੀ ਰਾਜੇ ਜਨਕ ਦੇ ਸ਼ਹਿਰ ਧਰਮ ਧਾਮ ਜਿੱਥੇ ਕਿ ਸਵੰਬਰ ਹੋਣਾ ਸੀ ਉੱਧਰ ਨੂੰ ਚੱਲ ਪਿਆ ਜੀ। ਵਿਸ਼ਵਾਮਿੱਤਰ ਨੇ ਕਿਹਾ ਹੇ ਪਿਆਰੇ ਰਾਮ ਸੁਣੋ ਮੇਰੇ ਨਾਲ ਜਨਕਪੁਰੀ ਨੂੰ ਚੱਲੋ ਕਿਉਂਕਿ ਸੀਤਾ ਦਾ ਸਵੰਬਰ ਹੋ ਰਿਹਾ ਹੈ। ਇਸ ਲਈ ਜਨਕ ਰਾਜੇ ਨੇ ਨਿਮੰਤਰਿਤ ਕੀਤਾ ਹੈ।
ਉੱਥੇ ਪ੍ਰਾਤः ਕਾਲ ਮਤਲਬ ਕਿ ਕੱਲ੍ਹ ਨੂੰ ਸਵੇਰੇ ਚੱਲਦੇ ਹਾਂ ਆਪਾਂ ਉੱਧਰ ਨੂੰ। ਸੀਤਾ ਨੂੰ ਜਿੱਤ ਲਿਆਓ, ਮੇਰੀ ਕਹੀ ਗੱਲ ਮੰਨ ਲਵੋ, ਇਸ ਨਾਲ ਤੇਰੀ ਗੱਲ ਬਣ ਜਾਵੇਗੀ, ਅਰਥਾਤ ਵਡਿਆਈ ਹੋਵੇਗੀ। ਵਡਿਆਈ ਹੋ ਗਈ, ਉਹਦੀ ਗੱਲ ਬਣ ਗਈ ਸੀਤਾ ਦੇ ਨਾਲ, ਉਹਦਾ ਅਗਰ ਜਿੱਤ ਲਵੇ ਉਹ ਤਾਂ। ਆਪਣੇ ਬਲਵਾਨ ਤੇ ਬਾਂਕੇ ਹੱਥਾਂ ਨਾਲ ਸ਼ਿਵ ਧਨੁਸ਼ ਤੋੜ ਦਿਓ। ਸ਼ਿਵ ਧਨੁਸ਼ ਕਿਉਂਕਿ ਉਹ ਸਵੰਬਰ ਸੀਗਾ, ਤੇ ਸਵੰਬਰ ਦੇ ਵਿੱਚ ਕੰਪੀਟੀਸ਼ਨ ਸੀਗਾ ਵੀ ਜਿਹੜਾ ਸ਼ਿਵ ਦਾ ਧਨੁਸ਼ ਆ ਉਹਨੂੰ ਤੋੜਨਾ ਹੈ। ਉਹਨੂੰ ਤੋੜ ਕੇ ਸੀਤਾ ਜਿੱਤ ਲਿਆਓ ਅਤੇ ਸਾਰੇ ਦੈਂਤਾਂ ਨੂੰ ਮਾਰ ਦਿਓ। ਹਾਲੇ ਹੁਣੇ ਤਾਂ ਦੈਂਤ ਭੱਜੇ ਗਏ, ਉਹਨਾਂ ਨੂੰ ਵਿਚਾਰਿਆਂ ਨੂੰ ਕਾਸ ਨੂੰ ਮਾਰਨਾ ਜਦੋਂ ਉਹਨਾਂ ਦਾ ਹੈਡ ਏ ਮਾਰਤਾ। ਤੇ ਸੀਤਾ ਜਿੱਤ ਗਏ ਮੇਰੇ ਹਿਸਾਬ ਨਾਲ ਤਾਂ, ਵੀ ਦੈਂਤਾਂ ਨੂੰ ਮਾਰਨ ਦੀ ਬਜਾਏ ਆਪਣਾ ਠੀਕ ਆ, ਤੁਸੀਂ ਖੁਸ਼ਹਾਲ ਆਪਣਾ ਜਿਹੜਾ ਹੈਗਾ ਵਿਆਹ ਸ਼ਾਦੀ ਵਾਲਾ ਜੀਵਨ ਬਤੀਤ ਕਰੋ, ਹਲੇ ਲੜਾਈ ਉਹ ਕਰੀ ਜਾਣੀ ਹੈ, ਮੇਰੀ ਸਮਝ ਤੋਂ ਬਾਹਰ ਹੈ ਜੀ ਇਹ। ਵੈਸੇ ਰਾਮ ਵਿਸ਼ਵਾਮਿੱਤਰ ਨਾਲ ਚੱਲ ਰਹੇ ਸਨ, ਪਿਛ ਪਛੋਂ ਪੱਥਾ ਸ਼ੋਭ ਰਿਹਾ ਸੀ। ਇਹਦਾ ਮਤਲਬ ਮੈਨੂੰ ਨਹੀਂ ਜੀ ਪਤਾ, ਪਿਛ ਪਛੋਂ ਪੱਥਾ ਸ਼ੋਭ ਰਿਹਾ ਸੀ। ਜਨਕਪੁਰੀ ਵਿੱਚ ਜਾ ਖੜੋਤੇ ਜੀ, ਪਹੁੰਚ ਗਏ ਜੀ ਜਨਕਪੁਰੀ। ਉੱਥੇ ਹਰ ਪਾਸੇ ਆਨੰਦ ਵੱਧ ਗਿਆ। ਸ਼ਹਿਰ ਦੀਆਂ ਨਾਰੀਆਂ ਨੇ ਰਾਮ ਨੂੰ ਵੇਖਿਆ ਤੇ ਸਹੀ ਕਾਮ ਰੂਪ ਕਰਕੇ ਸਮਝਿਆ। ਕਾਮ ਰੂਪ ਕਰਕੇ ਸਮਝਿਆ ਜੀ ਉੱਥੋਂ ਦੀਆਂ ਸ਼ਹਿਰ ਦੀਆਂ ਨਾਰੀਆਂ ਨੇ। ਵੈਰੀਆਂ ਨੇ ਵੈਰੀ ਕਰਕੇ ਜਾਣਿਆ, ਸੰਤਾਂ ਨੇ ਸਾਧ ਰੂਪ ਕਰਕੇ ਮੰਨਿਆ, ਬਾਲਕਾਂ ਨੇ ਬਾਲ ਰੂਪ ਕਰਕੇ, ਰਾਜਿਆਂ ਨੇ ਰਾਜਾ ਕਰਕੇ, ਯਾਨੀ ਰਾਮ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਲਿਆ। ਤਪੀਆਂ ਨੇ ਤਪਸਵੀ ਅਤੇ ਸੂਰਮਿਆਂ ਨੇ ਸੂਰਮੇ ਵਜੋਂ ਜਾਣਿਆ। ਰਾਤ ਨੇ ਰਾਮ ਨੂੰ ਚੰਦਰਮਾ ਕਰਕੇ ਪਛਾਣਿਆ। ਦਿਨ ਨੇ ਸੂਰਜ ਰੂਪ ਕਰਕੇ ਮੰਨਿਆ। ਰਾਣਾ ਨੇ ਰੁਦਰ ਰੂਪ ਜਾਣਿਆ। ਦੇਵਤਿਆਂ ਨੇ ਇੰਦਰ ਰੂਪ ਕਰਕੇ ਵੇਖਿਆ। ਵੇਦਾਂ ਨੇ ਬ੍ਰਹਮ ਰੂਪ ਕਰਕੇ ਜਾਣਿਆ। ਪੰਡਤਾਂ ਨੇ ਬਿਆਸ ਰੂਪ ਕਰਕੇ ਮੰਨਿਆ। ਵਿਸ਼ਨੂੰ ਨੇ ਹਰੀ ਵਜੋਂ ਖਿਆਲ ਕੀਤਾ ਅਤੇ ਸੀਤਾ ਨੇ ਸਵਾਮੀ ਰੂਪ ਵਿੱਚ ਦੇਖਿਆ। ਜਾਣੀ ਰਾਮ ਜੀ ਜਦੋਂ ਉੱਥੇ ਪਹੁੰਚੇ ਵਿਸ਼ਵਾਮਿੱਤਰ ਦੇ ਨਾਲ, ਤੇ ਵੱਖ-ਵੱਖ ਜਿਹੜੇ ਸ਼ਖਸੀਅਤਾਂ ਨੇ ਉਹਨੂੰ ਵੱਖ-ਵੱਖ ਐਂਗਲਾਂ ਤੋਂ ਵੇਖਿਆ। ਤੇ ਸੀਤਾ ਨੇ ਬਿਨ ਸਵੰਬਰ ਹਜੇ ਹੋਇਆ ਨਹੀਂ ਤੇ ਪਹਿਲਾਂ ਹੀ ਉਹਨੂੰ ਆਪਣੇ ਸਵਾਮੀ ਦੇ ਰੂਪ ਵੱਲੋਂ ਦੇਖ ਲਿਆ ਵੀ ਇਹਦੇ ਨਾਲੇ ਮੇਰਾ ਵਿਆਹ ਹੋਣਾ ਹੈ। ਸੀਤਾ ਨੇ ਰਾਮ ਨੂੰ ਵੇਖਿਆ ਤੇ ਕਾਮ ਦੇ ਤੀਰ ਨਾਲ ਵਿੰਨੀ ਗਈ। ਚਲੋ ਜੀ, ਰਾਮ ਨੂੰ ਵੇਖਦੀ ਸਾਰੀ ਸੀਤਾ ਨੂੰ ਕਾਮ ਚੜ ਗਿਆ ਅਤੇ ਘੇਰਨੀ ਖਾ ਕੇ ਧਰਤੀ ਉੱਤੇ ਡਿੱਗ ਪਈ, ਮਾਨੋ ਸ਼ਰਾਬੀ ਨੇ ਘੁਮੇਰੀ ਖਾਧੀ ਹੋਵੇ। ਸੁਚੇਤ ਹੋ ਕੇ ਫਿਰ ਇਸ ਤਰ੍ਹਾਂ ਉੱਠੀ ਜਿਸ ਤਰ੍ਹਾਂ ਬਹਾਦਰ ਯੋਧਾ ਮੂਰਛਾ ਤੋਂ, ਜਾਣੀ ਇੱਕ ਬਹਾਦਰ ਯੋਧਾ ਜਿਹੜਾ ਹੁੰਦਾ ਹੈ ਮੂਰਛਾ ਤੋਂ ਉੱਠਦਾ ਆ, ਬੇਹੋਸ਼ੀ ਦੀ ਹਾਲਤ ਤੋਂ ਉੱਠਦਾ ਆ। ਅਤੇ ਫਿਰ ਰਾਮ ਵੱਲ ਇਉਂ ਅੱਖਾਂ ਟਿਕਾ ਲਈਆਂ ਜਿਵੇਂ ਚਕੋਰੀ ਚੰਦਰਮਾ ਵੱਲ ਅੱਖਾਂ ਜੋੜ ਲੈਂਦੀ ਹੈ। ਸੀਤਾ ਤੇ ਰਾਮ ਦੋਵੇਂ ਇੱਕ ਦੂਸਰੇ ਉੱਤੇ ਮੋਹਿਤ ਹੋ ਗਏ। ਦੋਹਾਂ ਵਿੱਚੋਂ ਕੋਈ ਵੀ ਟਲਦਾ ਨਹੀਂ ਸੀ। ਇਸ ਤਰ੍ਹਾਂ ਇੱਕ ਦੂਜੇ ਸਾਹਮਣੇ ਖੜੋਤੇ ਸਨ ਜਿਵੇਂ ਯੁੱਧ ਵਿੱਚ ਸੂਰਮੇ ਸਾਹਮਣੇ ਡਟਦੇ ਹਨ। ਸੀਤਾ ਦੇ ਸਵੰਬਰ ਦੀ ਸੂਚਨਾ ਦੇਣ ਲਈ ਰਾਜੇ ਜਨਕ ਨੇ ਕਰੋੜਾਂ ਦੂਤ ਭੇਜੇ ਸਨ ਜੋ ਪੌਣ ਪੁੱਤਰ ਹਨੂਮਾਨ ਵਾਂਗ ਚੱਲਦੇ ਸਨ। ਕਰੋੜਾਂ ਹੀ ਦੂਤ ਭੇਜੇ ਜੀ ਆਪਣੇ ਇਹਦੀ ਸਵੰਬਰ ਦੇ ਵਾਸਤੇ, ਤਾਂ ਕਿ ਵੱਧ ਤੋਂ ਵੱਧ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਨ ਤੇ ਵਧੀਆ ਵਰ ਮਿਲੇ ਸੀਤਾ ਜੀ ਨੂੰ। ਦੇਸ਼ਾਂ ਦੇਸ਼ਾਂਤਰਾਂ ਦੇ ਰਾਜਿਆਂ ਦੇ ਇਕੱਠੇ ਹੋ ਜਾਣ ਤੇ ਸ਼ਿਵ ਧਨੁਸ਼ ਨੂੰ ਲਿਆ ਕੇ ਰਾਜ ਸਭਾ ਵਿੱਚ ਰੱਖਿਆ ਗਿਆ। ਚਲੋ ਜੀ, ਜਦੋਂ ਸਾਰੇ ਪਾਰਟੀਸਪੈਂਟ ਉੱਥੇ ਆ ਗਏ, ਜਿਹੜਾ ਸ਼ਿਵ ਧਨੁਸ਼ ਸੀਗਾ ਇਹਨੂੰ ਉੱਥੇ ਲਿਆ ਕੇ ਰੱਖਿਆ ਗਿਆ ਅਤੇ ਕਿਉਂਕਿ ਸ਼ਿਵ ਧਨੁਸ਼ ਨੂੰ ਤੋੜਨਾ ਸੀਗਾ ਤੇ ਸਾਰੇ ਰਾਜਿਆਂ ਨੂੰ ਵਿਖਾਇਆ ਗਿਆ। ਰਾਮ ਨੇ ਸ਼ਿਵ ਧਨੁਸ਼ ਨੂੰ ਹੱਥ ਵਿੱਚ ਚੁੱਕ ਲਿਆ, ਵੀਰਤਾ ਵਾਲੇ ਗੌਰਵ ਨਾਲ ਹੱਸਦੇ ਹੋਇਆਂ ਧਨੁਸ਼ ਨੂੰ ਖਿੱਚ ਕੇ ਦੋ ਟੋਟੇ ਕਰ ਦਿੱਤੇ। ਸਾਰੇ ਦੇਵਤੇ ਪ੍ਰਸੰਨ ਹੋ ਗਏ। ਆਕਾਸ਼ ਤੋਂ ਫੁੱਲਾਂ ਦੀ ਵਰਖਾ ਹੋ ਗਈ, ਕਹਿ ਲਓ, ਵਰਸਾਉਣ ਲੱਗੇ। ਅੱਛਾ, ਦੇਵਤੇ ਫੁੱਲ ਵਰਸਾਉਣ ਲੱਗੇ ਜੀ ਆਕਾਸ਼ ਤੋਂ ਖੁਸ਼ ਹੋ ਕੇ। ਇਕੱਠੇ ਹੋ ਕੇ ਰਾਜੇ ਸ਼ਰਮਸਾਰ ਹੋ ਕੇ ਆਪੋ ਆਪਣੇ ਦੇਸ਼ਾਂ ਨੂੰ ਚਲੇ ਗਏ। ਇਹ ਮੈਨੂੰ ਨਹੀਂ ਸਮਝ ਲੱਗੀ, ਅਗਰ ਕੋਈ ਸਮਝਾ ਸਕੇ ਦਸਮ ਗ੍ਰੰਥ ਦਾ ਜਿਹੜਾ ਵੀ ਗਿਆਤਾ ਜ਼ਿਆਦਾ ਹੈਗਾ ਆ, ਵੀ ਇਹ ਕਿਹੋ ਜਿਹਾ ਕੰਪੀਟੀਸ਼ਨ ਹੋਇਆ। ਇੱਕ ਧਨੁਸ਼ ਸੀਗਾ, ਕਰੋੜਾਂ ਬੰਦੇ ਭੇਜੇ ਸੀਗੇ ਐਡਵਰਟਾਈਜ਼ਮੈਂਟ ਕਰਾਉਣ ਵਾਸਤੇ, ਤੇ ਘੱਟੋ ਘੱਟ 8-10 ਹਜ਼ਾਰ ਤਾਂ ਬੰਦੇ ਉੱਥੇ ਪਹੁੰਚੇ ਹੋਣਗੇ। ਇੱਥੇ ਲਿਖਿਆ ਵੀ ਹੋਇਆ ਉੱਪਰ। ਤੇ ਰਾਜੇ ਇਕੱਠੇ ਹੋ ਗਏ, ਦੇਸ਼ਾਂ ਦੇਸ਼ਾਂਤਰਾਂ ਦੇ ਰਾਜੇ ਇਕੱਠੇ ਹੋ ਗਏ। ਤੇ ਉਹ ਹੁਣ ਪਹਿਲੀ ਵਾਰੀ ਉਹ ਆਪਣੇ ਜਿਹੜਾ ਵਾਰੀ ਆ ਗਈ ਸ਼੍ਰੀ ਰਾਮਚੰਦਰ ਦੀ, ਉਹਨਾਂ ਨੇ ਧਨੁਸ਼ ਤੋੜਤਾ। ਤੇ ਹੋ ਸਕਦਾ ਸੀਗਾ ਬਾਕੀ ਰਾਜੇ ਵੀ ਤੋੜ ਸਕਦੇ ਹੁੰਦੇ ਹੁਣ। ਇਹ ਤਾਂ ਮੇਰੀ ਜਾਣੀ ਸਮਝ ਤੋਂ ਬਾਹਰ ਹੈ ਜੀ। ਇਸ ਕੰਪੀਟੀਸ਼ਨ ਦੇ ਉੱਤੇ ਸਵਾਲ ਆ। ਤੇ ਅੱਗੇ ਆਪਾਂ ਚਲੋ ਪੜ੍ਹੀਏ ਜੀ। ਹੁਣ ਮੇਰੀ ਕੰਪੀਟੀਸ਼ਨ ਜਾਣੀ ਮੈਨੂੰ ਇਹ ਠੀਕ ਨਹੀਂ ਲੱਗਿਆ ਜੀ। ਰਾਜੇ ਵਿਚਾਰੇ ਜਿਹੜੇ ਹੋਰ ਕੰਪੀਟੀਸ਼ਨ 'ਚ ਆਏ ਸੀਗੇ ਉਹ ਸ਼ਰਮਸਾਰ ਹੋ ਕੇ ਆਪੋ ਆਪਣੇ ਦੇਸ਼ਾਂ ਨੂੰ ਚਲੇ ਗਏ। ਉਸ ਵੇਲੇ ਰਾਜਪੁੱਤਰੀ ਸੀਤਾ ਨੇ ਤਿੰਨਾਂ ਲੋਕਾਂ 'ਚ ਖੁਸ਼ ਨਸੀਬ ਸੀਗੀ ਜੀ, ਰਾਜਪੁੱਤਰੀ ਸੀਤਾ ਰਾਮ ਨੂੰ ਫੁੱਲਾਂ ਦੀ ਮਾਲਾ ਧਾਰਨ ਕਰਾ ਦਿੱਤੀ। ਇਸ ਤਰ੍ਹਾਂ ਨਾਲ ਸੀਤਾ ਨੇ ਰਾਮ ਨੂੰ ਵਰ ਲਿਆ। ਭੁਜੰਗ ਪ੍ਰਿਆਤ ਛੰਦ,
ਇਹ ਸੀਤਾ ਨਹੀਂ ਕਿਤੇ ਦੇਵਪੁੱਤਰੀ ਹੈ ਜਾਂ ਇੰਦਰਾਣੀ ਹੈ, ਜਾਂ ਯਕਸ਼ਣੀ ਹੈ, ਜਾਂ ਕਿੰਨਰਨੀ ਹੈ, ਯਾਨੀ ਕਿੰਨਰ ਤੋਂ ਕਿੰਨਰਨੀ, ਜਿਹੜੇ ਕਿੰਨਰ ਹੁੰਦੇ ਨੇ ਜਿਹੜੇ ਹਿਜੜਨੀ, ਜਾਂ ਨਾਗਪੁੱਤਰੀ ਹੈ, ਜਾਂ ਗੰਧਰਥ ਪੁੱਤਰੀ ਹੈ, ਗੰਧਰਥ ਦੈਂਤ ਪੁੱਤਰੀ ਅਥਵਾ ਦੇਵਪੁੱਤਰੀ ਹੈ, ਜਾਂ ਸੂਰਜ ਪੁੱਤਰੀ ਹੈ, ਜਾਂ ਸੋਧੀ ਹੋਈ ਪਵਿੱਤਰਤਾਈ ਜਾਂ ਅੰਮ੍ਰਿਤ ਹੈ, ਜਾਂ ਯਕਸ਼ ਪੁੱਤਰੀ ਹੈ, ਜਾਂ ਵਿਦਿਆਧਰੀ ਹੈ, ਜਾਂ ਗੰਧਰਥ ਇਸਤਰੀ ਹੈ, ਜਾਂ ਪੂਰੇ ਭਾਗ ਦੀ ਰਚੀ ਹੋਈ ਰਾਗਨੀ ਹੈ, ਜਾਂ ਸੋਨੇ ਦੀ ਮੂਰਤ ਦੀ ਪੁਤਲੀ ਹੈ, ਜਾਂ ਕਾਮ ਦੀ ਇਸਤਰੀ ਰਤੀ ਦੀ ਸੁੰਦਰਤਾਈ ਹੈ, ਜਾਂ ਮੂਰਤ ਦੀ ਪੁਤਲੀ ਜਹੀ ਬਣੀ ਹੋਈ ਹੈ। ਅਗਲੇ ਪੰਨੇ ਤੇ ਆਪਾਂ ਚੱਲਦੇ ਹੈਗੇ ਆ, ਪੰਨਾ 413। ਜਾਂ ਸੰਖਣੀ ਚਿੱਤਰਨੀ ਜਾਂ ਪਦਮਨੀ ਹੈ, ਜਾਂ ਪੂਰੇ ਭਾਗਾਂ ਦੀ ਭਰੀ ਹੋਈ ਰਾਗਮਾਲਾ ਹੈ। ਉਸ ਤਰ੍ਹਾਂ ਦੀ ਅੱਜ ਰਾਮ ਨੇ ਸੀਤਾ ਇਸਤਰੀ ਨੂੰ ਪਰਨਾਇਆ ਹੈ। ਸੀਤਾ ਤੇ ਰਾਮ ਦੋਨੇ ਪ੍ਰੇਮ ਵਿੱਚ ਮਸਤ ਸਨ। ਉਹਨਾਂ ਦੇ ਨੈਣ ਆਪਸ ਵਿੱਚ ਇਸ ਤਰ੍ਹਾਂ ਲੱਗੇ ਹੋਏ ਸਨ ਮਾਨੋ ਫੰਦਕ ਨੇ ਹਿਰਨ ਨੂੰ ਫਸਾ ਲਿਆ ਹੋਵੇ। ਕੋਇਲ ਵਾਂਗ ਬੋਲਣ ਵਾਲੀ ਅਤੇ ਪਤਲੇ ਲੱਕ ਵਾਲੀ ਸੀਤਾ ਨੈਣਾ ਵਿੱਚ ਪ੍ਰਵੀਨ ਰਾਮ ਦੇ ਪ੍ਰੇਮ ਵਿੱਚ ਰੰਗੀ ਹੋਈ ਸੀ। ਰਾਮ ਨੇ ਸੀਤਾ ਜਿੱਤ ਲਈ ਹੈ, ਇਹ ਗੱਲ ਪਰਸ਼ੂਰਾਮ ਨੇ ਜਿਸ ਵੇਲੇ ਕੰਨੀ ਸੁਣੀ। ਲਓ ਜੀ, ਵਿਲਨ ਆ ਗਿਆ ਇਹਦੇ 'ਚ, ਅਮਰੀਸ਼ ਪੁਰੀ। ਪਰਸ਼ੂਰਾਮ ਨੇ ਜਦੋਂ ਸੁਣ ਲਈ ਵੀ ਰਾਮਚੰਦਰ ਨੇ ਸੀਤਾ ਜਿੱਤ ਲਈ, ਤਾਂ ਉਸ ਵੇਲੇ ਕ੍ਰੋਧ ਨਾਲ ਭਰ ਗਿਆ ਅਤੇ ਅਸਤਰ ਸ਼ਸਤਰ ਫੜ ਲਿਆ। ਤੇ ਫਿਰ ਇੱਥੇ ਸਵਾਲ ਇਹ ਆਉਂਦਾ, ਜਦੋਂ ਸਵੰਬਰ ਰਚਾਇਆ ਗਿਆ, ਕਰੋੜਾਂ ਹੀ ਬੰਦੇ ਭੇਜੇ ਦੂਤ ਦੱਸਣ ਵਾਸਤੇ, ਤੇ ਉੱਥੇ ਉਦੋਂ ਕਿੱਥੇ ਸੀ ਪਰਸ਼ੂਰਾਮ? ਜਾਂ ਫਿਰ ਪਰਸ਼ੂਰਾਮ ਵੀ ਉੱਥੇ ਗਿਆ ਹੋਣਾ ਆ ਆਪਣੇ ਕੰਪੀਟੀਸ਼ਨ ਦੇ ਵਿੱਚ, ਤੇ ਉਹ ਪਹਿਲਾਂ ਹੀ ਇੱਕੋ ਧਨੁਸ਼ ਸੀਗਾ ਤੇ ਧਨੁਸ਼ ਤੋੜਦਾ ਰਾਮਚੰਦਰ ਨੇ ਪਹਿਲੇ ਬੰਦੇ ਨਹੀਂ, ਤੇ ਕੰਮ ਖਤਮ। ਜਾਂ ਤਾਂ ਧਨੁਸ਼ੇ ਬਾੜਾ ਮਾਲਾ ਰੱਖਿਆ ਹੋਣਾ। ਹੁਣ ਇਹਦੇ ਹਿਸਾਬ ਨਾਲ ਤਾਂ ਅਗਰ ਘੱਟੋ ਘੱਟ 8-10 ਹਜ਼ਾਰ ਉੱਥੇ ਧਨੁਸ਼ ਚਾਹੀਦਾ ਸੀ, ਉੱਥੇ ਪਿਆ ਸ਼ਿਵ ਧਨੁਸ਼, ਤੇ ਵੀ ਸਾਰੇ ਤੋੜੋਗੇ ਜਿਹੜੇ ਵੀ। ਸਾਹਿਬ ਨੂੰ ਤਾਂ ਮੌਕਾ ਮਿਲਣਾ ਚਾਹੀਦਾ, ਤੇ ਮੌਕਾ ਇੱਕ ਬੰਦੇ ਨੂੰ ਮਿਲਿਆ, ਉਹੀ ਜਿੱਤ ਗਿਆ ਤੇ ਗੱਲ ਖਤਮ। ਇਹ ਮੈਨੂੰ ਲੱਗਦਾ ਵੀ ਇਹ ਜਿਵੇਂ EVM 'ਚ ਗੜਬੜਿਆ ਨਾ, ਇਹ ਮੈਨੂੰ ਇੱਥੇ ਵੀ ਗੜਬੜ ਲੱਗ ਰਹੀ ਹੈ ਇਹਦੀ। ਚਲੋ ਐਨੀਵੇ, ਉੱਥੇ ਆ ਕੇ ਕਹਿਣ ਲੱਗੇ, ਹੇ ਰਾਮ ਕਿੱਥੇ ਜਾਂਦਾ ਹੈ, ਯਾਨੀ ਪਰਸ਼ੂਰਾਮ ਹੈ ਜਿਹੜਾ, ਉਹਨੇ ਜਦੋਂ ਗੱਲ ਸੁਣ ਲਈ ਵੀ ਰਾਮ ਜਿੱਤ ਕੇ ਲੈ ਗਿਆ ਇਹਨੂੰ, ਤੇ ਉਹ ਕਹਿਣ ਲੱਗਾ, ਹੇ ਰਾਮ ਕਿੱਥੇ ਜਾਂਦਾ ਹੈ, ਖੜਾ ਰਹਿ, ਤਾਂ ਕਿ ਮੈਂ ਅੱਜ ਵੇਖਾਂ ਜੋ ਕਿਸ ਤਰ੍ਹਾਂ ਦੇ ਬਹਾਦਰ ਯੋਧੇ ਹੋ ਗਏ ਹਨ। ਇੱਥੇ ਖੜ, ਮੈਂ ਵੇਖਦਾ ਤੂੰ ਕਿਹੋ ਜਿਹਾ ਬਹਾਦਰ ਯੋਧਾ ਹੋ ਗਿਆ। ਭਾਖਾ ਪਿੰਗਲ ਦੀ ਸੁੰਦਰੀ ਛੰਦ। ਬਹਾਦਰ ਸੂਰਮੇ ਹੁੰਗਾਰੇ ਅਤੇ ਲਲਕਾਰੇ ਮਾਰਦੇ ਸਨ। ਰਣ ਦੇ ਅੰਦਰ ਨਗਾਰੇ ਗੱਜ ਵੱਜ ਰਹੇ ਸਨ। ਰਣ ਭੂਮੀ ਵਿੱਚ ਹੱਲਾ ਗੁੱਲਾ ਅਤੇ ਰੌਲਾ ਰੱਪਾ ਪੈ ਰਿਹਾ ਸੀ, ਅਤੇ ਯੋਧੇ ਢਾਲਾਂ ਨਾਲ ਇੱਕ ਦੂਜੇ ਨੂੰ ਧੱਕਦੇ ਅਤੇ ਢਾਲਾਂ ਨੂੰ ਉਛਾਲਦੇ ਸਨ। ਰਣ ਵਿੱਚ ਮੁੱਛਾਂ ਵਾਲੇ ਸੂਰਮੇ ਉੱਠੇ ਅਤੇ ਕੁੱਠੇ ਗਏ। ਤੀਰ ਚੱਲਣ ਲਈ ਭਿਆਨਕ ਯੋਧੇ ਯੁੱਧ ਵਿੱਚ ਜੁਟ ਗਏ। ਤੀਰ ਚਲਾਉਣ ਲਈ ਹੋਊਗਾ, ਤੀਰ ਚਲਾਉਣ ਲਈ ਭਿਆਨਕ ਯੋਧੇ ਯੁੱਧ ਵਿੱਚ ਜੁਟ ਗਏ। ਲਹੂ ਨਾਲ ਲੱਥਪੱਥ ਹੋ ਕੇ ਕਈ ਯੋਧੇ ਡਿੱਗ ਪਏ ਅਤੇ ਖਾਲੀ ਘੋੜੇ ਹਿਣਕਦੇ ਹੋਏ ਫਿਰਨ ਲੱਗੇ। ਵੱਡੀਆਂ ਭੇਰੀਆਂ ਭੂੰ ਭੂੰ ਕਰਦੀਆਂ ਸਨ, ਦੁਧਾਰੇ ਖੰਡੇ ਲਿਸ਼ਕਦੇ ਸਨ, ਲੜਾਕੇ ਯੋਧੇ ਲਲਕਾਰਦੇ ਸਨ। ਹਲੇ ਹੁਣੇ ਰਾਮਚੰਦਰ ਨੇ ਵਿਚਾਰੇ ਨੇ ਵਿਸ਼ਵਾਮਿੱਤਰ ਦੀ ਹੈਲਪ ਕੀਤੀ ਆ ਮਾਰ ਕੇ ਰਾਖਸ਼ਾਂ, ਦੁਆਰਾ ਫੇਰ ਪੰਗਾ ਪੈ ਗਿਆ। ਚਲੋ ਪੰਨਾ 414 ਜੀ ਪੇਜ। ਘੋੜੇ ਚੜੇ ਸੂਰਮੇ ਰਣ ਭੂਮੀ ਵਿੱਚ ਰੁਲ ਰਹੇ ਸਨ। ਯੋਧੇ ਬੜਕਦੇ ਸਨ, ਲੜਾਕੂ ਸੂਰਮਿਆਂ ਦੇ ਘੋੜੇ ਨੱਚਦੇ ਸਨ। ਸੰਗਲਾਂ ਨਾਲ ਬੱਧੇ ਹੋਏ ਭਿਆਨਕ ਧੌਂਸੇ ਵੱਜਦੇ ਸਨ। ਰਣ ਵਿੱਚ ਮੁੱਛਾਂ ਵਾਲੇ ਮਸਤ ਸੂਰਮੇ ਫਿਰਦੇ ਸਨ। ਕੱਛ ਦੇ ਇਲਾਕੇ ਦੇ ਘੋੜੇ ਕੁੱਦਦੇ ਹੋਏ ਇਉਂ ਪ੍ਰਤੀਤ ਹੁੰਦੇ ਸਨ ਮਾਨੋ ਖੰਭਾਂ ਵਾਲੇ ਪਹਾੜ ਉੱਤੇ ਜਾਂਦੇ ਹੋਣ। ਭੱਟ ਆਪਸ ਵਿੱਚ ਜੁਟੇ ਹੋਏ ਸਨ ਅਤੇ ਬੰਬਲਾਂ ਵਾਲੇ ਨੇਜੇ ਚੱਲ ਰਹੇ ਸਨ। ਖਾਖਰਾਂ ਵਾਲੇ ਘੋੜੇ ਯੁੱਧ ਭੂਮੀ ਵਿੱਚ ਰੁਲ ਰਹੇ ਸਨ। ਅਹਾੜੇ ਦਾ ਮਤਲਬ ਜਾਣੀ ਯੁੱਧ ਭੂਮੀ। ਪਾਖਰਾਂ ਵਾਲੇ ਘੋੜੇ ਯੁੱਧ ਭੂਮੀ ਵਿੱਚ ਰੁਲ ਰਹੇ ਸਨ। ਹਾਥੀਆਂ ਉੱਤੇ ਲੱਦੇ ਨਗਾਰੇ ਵੱਜ ਰਹੇ ਸਨ। ਭਿਆਨਕ ਯੋਧੇ ਝੁਲਾਰੇ ਤਲਵਾਰਾਂ ਖਿੱਚੀ ਫਿਰਦੇ ਸਨ। ਸਾਰਾ ਆਕਾਸ਼ ਹੂਰਾਂ ਦੀ ਝੁੰਡ ਨਾਲ ਭਰਿਆ ਹੋਇਆ ਸੀ। ਹੂਰਾਂ ਦੇ ਝੁੰਡ ਨਾਲ ਆਕਾਸ਼ ਭਰਿਆ ਹੋਇਆ ਸੀ, ਜਿਨ੍ਹਾਂ ਨੇ ਅੱਖਾਂ ਵਿੱਚ ਅੰਜਨ ਪਾਇਆ ਹੋਇਆ ਸੀ। ਛੋਟੇ ਨਗਾਰੇ ਗੂੰਜ ਰਹੇ ਸਨ। ਸੂਰਮਿਆਂ ਨੂੰ ਮਾਰਨ ਵਾਲੇ ਸੂਰਮੇ ਲਲਕਾਰ ਰਹੇ ਸਨ। ਉਲਰੇ ਹੋਏ ਨੇਜੇ ਇਉਂ ਪ੍ਰਤੀਤ ਹੁੰਦੇ ਸਨ ਮਾਨੋ ਜਟਾਂ ਵਾਲੇ ਸਾਧੂ ਖੜੋਤੇ ਹੋਣ।
ਬੰਬਲਾਂ ਵਾਲੇ ਚਮਕੀਲੇ ਭਾਲੇ ਉਹਨਾਂ ਦੇ ਹੱਥੋਂ ਛੁੱਟ ਰਹੇ ਸਨ। ਜ਼ਖਮ ਖਾ ਖਾ ਕੇ ਤਿਰਪਤ ਹੋਏ ਯੋਧੇ ਡਿੱਗ ਰਹੇ ਸਨ। ਉਹਨਾਂ ਦੇ ਤਨ ਅੱਧੋ ਅੱਧ ਹੋਏ ਸ਼ੋਭ ਰਹੇ ਸਨ, ਯਾਨੀ ਸਰੀਰ ਅੱਧੋ ਅੱਧ ਕੱਟੇ ਗਏ ਵਿਚਾਰਿਆਂ ਦੇ, ਯੋਧਿਆਂ ਦੇ। ਸੈਨਾਵਾਂ ਗੱਜਦੀਆਂ ਸਨ, ਧੌਂਸੇ ਵੱਜਦੇ ਸਨ, ਚੰਚਲ ਘੋੜੇ ਹਿਰਕਦੇ ਸਨ। ਇਹ ਰਿਪੀਟ ਹੋ ਰਿਹਾ ਜੀ। ਚੌਥੇ ਪਾਸੇ ਗਿਰਜਾਂ ਚੀਕਦੀਆਂ ਸਨ। ਅਖੰਡਤਾ ਨੂੰ ਖੰਡ ਖੰਡ ਕਰ ਦਿੱਤਾ ਗਿਆ ਸੀ, ਯਾਨੀ ਟੋਟੇ ਟੋਟੇ ਕਰਤੇ, ਜਿਹੜੇ ਕਹਿੰਦੇ ਸੀਗੇ ਸਾਡਾ ਕੋਈ ਯਾਨੀ ਵਾਲ ਨਹੀਂ ਵਿੰਗਾ ਕਰ ਸਕਦਾ। ਉੱਥੇ ਉੱਚੇ ਸਥਾਨ ਉੱਤੇ ਬੈਠੀਆਂ ਗਿੱਧਾਂ ਇੰਜ ਬੋਲਦੀਆਂ ਸਨ। ਇਹ ਵੀ ਰਿਪੀਟ ਹੋ ਰਿਹਾ ਜੀ, ਪੰਨਾ 415। ਮਾਨੋ ਯੁੱਧ ਸਿੱਧ ਜੈ ਜੈ ਜਾਪਦੇ ਹੋਣ, ਮਾਨੋ ਬਸੰਤ ਰੁੱਤ ਵਿੱਚ ਕੇਸੂ ਫੁੱਲੇ ਹੋਣ। ਲਹੂ ਨਾਲ ਲਾਲ ਹੋਏ ਸੂਰਮੇ ਰਣ ਵਿੱਚ ਇਸ ਤਰ੍ਹਾਂ ਫਿਰਦੇ ਸਨ। ਰਣ ਵਿੱਚ ਹਾਥੀਆਂ ਦੀਆਂ ਸੁੰਡਾਂ ਡਿੱਗੀਆਂ ਪਈਆਂ ਸਨ। ਇਹ ਤਾਂ ਬਹੁਤ ਮਾੜਾ ਕੰਮ ਹੋਇਆ, ਵਿਚਾਰੇ ਹਾਥੀ ਦੀਆਂ ਸੁੰਡਾਂ ਵੱਢੀਆਂ ਜਾਣੀਆਂ ਸੀਗੀਆਂ, ਸਿਰਫ ਬੰਦੇ ਨਹੀਂ ਛੱਡੇ ਉਹਨਾਂ ਨੇ। ਅਤੇ ਧਰਤੀ ਸੂਰਮਿਆਂ ਦੇ ਸਿਰਾਂ ਨਾਲ ਭਰੀ ਹੋਈ ਸੀ, ਯਾਨੀ ਖੋਪੜੀਆਂ ਖੋਪੜੀਆਂ ਪਈਆਂ ਸੀ, ਇਹਨਾਂ ਨੁਕਸਾਨ ਹੋਇਆ। ਮਦਰ ਧੁਨੀ ਛੰਦ, ਰਾਮ ਨੇ ਤੀਰਾਂ ਨਾਲ ਤਥਲੀ ਮਚਾ ਦਿੱਤੀ। ਤਥਲੀ ਤਾਂ ਪਹਿਲਾਂ ਵੀ ਮਚੀ ਹੋਈ ਸੀਗੀ, ਹੋਰ ਮਚਾਤੀ ਜਾਣੀ। ਫਲ ਸਰੂਪ ਸੂਰਮਿਆਂ ਨੇ ਜੀਵਨ ਦੀ ਇੱਛਾ ਛੱਡ ਦਿੱਤੀ। ਧੀਰਜ ਦੇ ਬਲ ਧਾਰਨ ਵਾਲੇ ਸੂਰਮੇ ਤੀਰਾਂ ਨੂੰ ਚਲਾਉਂਦੇ ਸਨ। ਪਰਸ਼ੂਰਾਮ ਨੂੰ ਵੇਖ ਕੇ ਸਾਰੇ ਦਲ ਦਾ ਬਲ, ਗਿਆਨ ਅਤੇ ਧਿਆਨ ਦੂਰ ਹੋ ਗਿਆ। ਪਰਸ਼ੂਰਾਮ ਨੂੰ ਵੇਖ ਕੇ ਸਾਰੇ ਦਲ ਦਾ, ਯਾਨੀ ਰਾਮਚੰਦਰ ਦਾ ਜਿਹੜਾ ਸਾਈਡ ਸੀਗੀ, ਰਾਮ ਵਾਲੀ ਸਾਈਡ, ਪਰਸ਼ੂਰਾਮ ਦੇਖ ਕੇ ਉਹਦਾ ਬਲ, ਗਿਆਨ ਤੇ ਧਿਆਨ ਸਾਰਾ ਦੂਰ ਹੋ ਗਿਆ। ਸਾਰੇ ਥਰ ਥਰ ਕੰਬ ਰਹੇ ਸਨ ਅਤੇ ਹਰੀ ਹਰੀ ਜਪਦੇ ਸਨ। ਸੂਰਮੇ ਆਪਣੇ ਕ੍ਰੋਧ ਨੂੰ ਪੀ ਰਹੇ ਸਨ। ਹੋਸ਼ ਭੁੱਲੀ ਜਾ ਰਹੀ ਸੀ। ਹੱਥਾਂ ਵਿੱਚ ਤੀਰ ਸਰਕਦੇ ਸਨ, ਕਿਉਂਕਿ ਪਰਸ਼ੂਰਾਮ ਦੇ ਹੱਥੋਂ ਧਨੁਸ਼ ਵਾਲਿਆਂ ਜਾਂ ਧਰਮ ਦੇ ਵੈਰੀਆਂ ਦਾ ਨਾਸ਼ ਹੁੰਦਾ ਜਾ ਰਿਹਾ ਸੀ। ਕਿਉਂਕਿ ਪਰਸ਼ੂਰਾਮ ਦੇ ਹੱਥੋਂ ਧਨੁਸ਼ ਵਾਲਿਆਂ ਜਾਂ ਧਰਮ ਦੇ ਵੈਰੀਆਂ ਦਾ ਨਾਸ਼ ਹੁੰਦਾ ਜਾ ਰਿਹਾ ਸੀ। ਇਹ ਲਾਈਨ ਮੇਰੀ ਸਮਝ ਤੋਂ ਬਾਹਰ ਹੈ ਜੀ। ਧਰਮ ਦੇ ਵੈਰੀਆਂ ਦਾ ਨਾਸ਼ ਤਾਂ ਰਾਮਚੰਦਰ ਨੇ ਵੀ ਕੀਤਾ, ਤੇ ਧਰਮ ਦੇ ਵੈਰੀਆਂ ਦਾ ਨਾਸ਼ ਪਰਸ਼ੂਰਾਮ ਦੇ ਹੱਥੋਂ ਵੀ ਹੋ ਰਿਹਾ, ਤੇ ਫਿਰ ਤਾਂ ਦੋਵੇਂ ਇੱਕੋ ਕੰਮ ਕਰ ਰਹੇ ਨੇ, ਮੀਨਸ ਤੇ ਲੜ ਕੇ ਹੋ ਰਹੇ ਨੇ ਆਪਸ। ਚਲੋ, ਸੂਰਮੇ ਆਪਣੇ ਹੱਥਾਂ ਨਾਲ ਚੰਗੇ ਤੀਰਾਂ ਨੂੰ ਕਮਾਨ ਵਿੱਚ ਧਰ ਕੇ ਵੈਰੀ ਦੀ ਛਾਤੀ ਨੂੰ ਸੱਲ ਰਹੇ ਸਨ, ਜਿਸ ਕਰਕੇ ਵੈਰੀ ਧਰਤੀ ਉੱਤੇ ਪੈ ਛਾਤੀ ਨੂੰ ਮਲ ਰਹੇ ਸਨ। ਜਿਹੜੇ ਵਿਚਾਰੇ ਵੱਡੇ ਕੱਟੇ ਪੈ ਸੀਗੇ, ਜਿਉਂਦੇ ਸੀਗੇ, ਛਾਤੀਆਂ ਨੂੰ ਮਲ ਰਹੇ ਸੀ। ਕ੍ਰੋਧ ਵਿੱਚ ਭਰੇ ਬਲਵਾਨ ਪਰਸ਼ੂਰਾਮ ਦੇ ਹੱਥ ਵਿੱਚ ਪਤਲੀ ਤਲਵਾਰ ਨੂੰ ਥਰਥਰਾਉਂਦੇ ਵੇਖ ਕੇ ਹੰਕਾਰ ਕਰਨ ਵਾਲੇ ਸੂਰਮੇ ਘਬਰਾ ਕੇ ਭੱਜਦੇ ਜਾ ਰਹੇ ਸਨ। ਕੁਹਾੜੇ ਨਾਲ ਸਰੀਰ ਦੇ ਅੰਗਾਂ ਨੂੰ ਕੱਟਣ ਵੱਢਣ ਵਾਲਾ ਪਰਸ਼ੂਰਾਮ ਆਪਣੇ ਜਾਮੇ ਵਿੱਚ ਸੜ ਬਲ ਕੇ ਰਾਮ ਨਾਲ ਝਗੜ ਰਿਹਾ ਹੈ। ਧਰਤੀ ਭਾਵੇਂ ਟਲ ਜਾਵੇ, ਪਰ ਉਸਦੇ ਪੈਰ ਟਿਕੇ ਹੋਏ ਸਨ। ਉਹ ਢਾਲ ਨੂੰ ਖੜਕਾਉਂਦਾ ਸੀ ਅਤੇ ਕਾਲ ਵਾਂਗ ਕ੍ਰੋਧ ਨਾਲ ਕੰਬ ਰਿਹਾ ਸੀ। ਕਾਲ ਵਾਂਗ ਕ੍ਰੋਧ ਨਾਲ, ਕਾਲ ਮਤਲਬ ਕਿ ਮੌਤ, ਜਾਣੀ ਜਿਵੇਂ ਬੱਕਰੇ ਕਹਿੰਦੇ ਹੁੰਦੇ ਨਾ, ਬੁਲਾ ਰਿਹਾ ਸੀਗਾ, ਕ੍ਰੋਧ ਨਾਲ ਕੰਬ ਰਿਹਾ ਸੀ। ਕਾਲ ਵਾਂਗ ਵੀ ਜਿਵੇਂ ਮੌਤ ਆਈ ਖੜੀ ਹੁੰਦੀ ਹੈ। ਬਲਵਾਨ ਵੈਰੀਆਂ ਨੂੰ ਦਲਣ ਵਾਲਾ ਅਤੇ ਰਾਜਿਆਂ ਨੂੰ ਮਾਰਨ ਵਾਲਾ ਬਲ ਅਤੇ ਧੀਰਜ ਧਾਰਨ ਕਰਨ ਵਾਲਾ ਪਰਸ਼ੂਰਾਮ ਤੀਰ ਨੂੰ ਘੁਮਾ ਰਿਹਾ ਸੀ। ਸ੍ਰੇਸ਼ਟ ਸੂਰਮਿਆਂ ਨੂੰ ਦਲਣ ਵਾਲਾ ਅਤੇ ਭਿਆਨਕ ਕੰਮ ਕਰਨ ਵਾਲਾ ਪਰਸ਼ੂਰਾਮ ਹਰ ਹਰ ਬੋਲਦਾ ਸੀ ਅਤੇ ਤਥੱਲੀ ਮਚਾਉਂਦਾ ਸੀ। ਸ੍ਰੇਸ਼ਟ ਤੀਰ ਅੰਦਾਜ਼ਾਂ ਛਤਰੀਆਂ ਨੂੰ ਮਾਰਨ ਵਾਲਾ ਪਰਸ਼ੂਰਾਮ ਕੁਹਾੜਾ ਚੁੱਕੀ ਫਿਰਦਾ ਸੀ। ਹੱਥਾਂ ਵਿੱਚ ਕੁਹਾੜਾ ਲੈ ਕੇ ਵੈਰੀਆਂ ਨੂੰ ਮਾਰ ਰਿਹਾ ਸੀ। ਉਸਦੇ ਹੱਥ ਗੋਡਿਆਂ ਤੱਕ ਪਹੁੰਚਦੇ ਸਨ। ਹਰ ਇੱਕ ਦੋ ਬਲ ਨੂੰ ਹਰਨ ਵਾਲਾ ਅਤੇ ਬਲਪੂਰਵਕ ਵਾਰ ਕਰਨ ਵਾਲਾ ਪਰਸ਼ੂਰਾਮ ਰੌਲਾ ਪਾਉਣ ਅਤੇ ਖਲਬਲੀ ਮਚਾਉਣ ਵਾਲਾ ਸੀ। ਚਰਪਟ ਸ਼ੀਗਾ ਕੇ ਆਦਕ੍ਰਿਤ ਛੰਦ, ਇਹ ਛੰਦ ਹੈ ਜੀ ਕੋਈ, ਮੈਂ ਬਾਣੀਆਂ ਪੜ੍ਹਨਾ ਸ਼ੁਰੂ ਕਰਤੀ, ਜਿਵੇਂ ਜਿਹੜੀ ਲਿਖੀ ਹੋਈ ਹੈਗੀ ਆ, ਇਹ ਜਾਣੀ ਚਰਪਟ ਸ਼ੀਗਾ ਕੇ ਆਦਕ੍ਰਿਤ ਛੰਦ ਹੈ ਜੀ। ਜੋ ਤਲਵਾਰ ਨੂੰ ਚਮਕਾਉਣ ਵਾਲਾ ਤੇ ਗਿਆਨ ਨੂੰ ਜਾਣਨ ਵਾਲਾ ਸੀ, ਉਸ ਨੇ ਵਿਚਰਿਤ ਕਵਚ ਧਾਰਨ ਕੀਤਾ ਹੋਇਆ ਸੀਗਾ। ਵਿਚਰਿਤ ਮਤਲਬ ਕਿ ਬੜਾ ਡਿਫਰੈਂਟ ਜਿਹਾ, ਵਿਚਰਿਤ ਕਵਚ ਧਾਰਨ ਕੀਤਾ ਹੋਇਆ ਸੀ ਅਤੇ ਸੁੰਦਰ ਢਾਲ ਵਾਲਾ ਸੀ। ਉਹ ਸ਼ਸਤਰਾਂ ਨੂੰ ਜਾਣਨ ਵਾਲਾ, ਸ਼ਸਤਰਾਂ ਨੂੰ ਚਮਕਾਉਣ ਵਾਲਾ ਵਿਚਿੱਤਰ ਸੂਰਮਾ ਸੀ। ਯੁੱਧ ਵਿੱਚ ਕ੍ਰੋਧ ਕਰਨ ਵਾਲਾ ਸੀ। ਵੀਰਾਂ ਨੂੰ ਘਾਇਲ ਕਰਨ ਵਾਲਾ, ਯਾਨੀ ਵੀਰਾਂ ਨੂੰ ਵੀ ਜ਼ਖਮ ਦੇਣ ਵਾਲਾ ਸੀਗਾ। ਰਣ ਵਿੱਚ ਕਾਇਰਾਂ ਨੂੰ ਭੈ ਦੇਣ ਵਾਲਾ,
ਵੈਰੀਆਂ ਨੂੰ ਮਾਰਨ ਵਾਲਾ ਅਤੇ ਅਸਤਰਾਂ ਨੂੰ ਧਾਰਨ ਕਰਨ ਵਾਲਾ ਸੀ। ਕਵਚਾਂ ਨੂੰ ਭੰਨਣ ਵਾਲਾ, ਢਾਲਾਂ ਨੂੰ ਛੇਦਣ ਵਾਲਾ, ਛਤਰੀਆਂ ਨੂੰ ਮਾਰਨ ਵਾਲਾ, ਅਸਤਰਾਂ ਨੂੰ ਜਾਣਨ ਵਾਲਾ ਸੀ। ਯੁੱਧ ਕਰਨ ਵਾਲਾ, ਬੁੱਧ ਨੂੰ ਪਹੁੰਚਣ ਵਾਲਾ, ਬੁੱਧ ਨੂੰ ਪਹੁੰਚਣ ਵਾਲਾ, ਬੁੱਧਵਾਰ ਨੂੰ ਪਹੁੰਚਣ ਵਾਲਾ ਕਿ ਭਗਵਾਨ ਬੁੱਧ ਨੂੰ ਪਹੁੰਚਣ ਵਾਲਾ, ਜਾਂ ਕੋਈ ਬੁੱਧ ਦਾ ਮਤਲਬ ਹੋਰ ਹੈਗਾ ਆ। ਚਲੋ ਐਨੀਵੇ, ਸ਼ਸਤਰ ਨੂੰ ਵਰਤਣ ਵਾਲਾ ਅਤੇ ਅਸਤਰ ਦੇ ਭੇਦ ਜਾਣਨ ਵਾਲਾ ਸੀ। ਪਰਸ਼ੂਰਾਮ ਯੁੱਧ ਨੂੰ ਜਿੱਤਣ ਵਾਲਾ, ਕੀਰਤੀ ਦੇ ਸਥਾਨ ਅਤੇ ਧਰਮ ਦੇ ਘਰ ਵਾਲੇ ਰੂਪ ਵਾਲਾ ਸੀ। ਉਹ ਧੀਰਜ ਨੂੰ ਧਾਰਨ ਕਰਨ ਵਾਲਾ, ਸੂਰਮਿਆਂ ਨੂੰ ਮਾਰਨ ਵਾਲਾ, ਯੁੱਧ ਨੂੰ ਜਿੱਤਣ ਵਾਲਾ, ਸ਼ਸਤਰਾਂ ਨੂੰ ਵਰਤਣ ਵਾਲਾ ਸੀ। ਉਹ ਹਾਥੀਆਂ ਵਾਂਗ ਚੱਲਣ ਵਾਲਾ, ਧਰਮ ਦਾ ਘਰ, ਯੋਗ ਦੀ ਅਗਨੀ ਵਾਲਾ ਅਤੇ ਤੇਜ ਪ੍ਰਕਾਸ਼ ਵਾਲਾ ਸੀ। ਪਰਸ਼ੂਰਾਮ ਨੇ ਕਿਹਾ, ਸਵਿਆ ਲੱਕ ਨਾਲ ਪੱਥਾ ਬੰਨੇ ਹੋਏ ਅਤੇ ਹੱਥ ਵਿੱਚ ਧਨੁਸ਼ ਫੜੇ ਹੋਏ ਰਾਮ ਨੂੰ ਪਰਸ਼ੂਰਾਮ ਬ੍ਰਾਹਮਣ ਨੇ ਕ੍ਰੋਧ ਨਾਲ ਕਿਹਾ, ਹੇ ਰਾਮ। ਇਹ ਕਿਉਂ ਕਹਿ ਰਿਹਾ ਹੈ? ਉਹਨੂੰ ਕਹਿਣਾ ਚਾਹੀਦਾ ਸੀ ਓਏ ਰਾਮ, ਅਗਰ ਉਹ ਕ੍ਰੋਧ ਦੇ ਨਾਲ ਆ ਤਾਂ ਹੇ ਰਾਮ। ਚਲੋ ਐਨੀਵੇ, ਹੇ ਰਾਮ, ਘਰ ਵਿੱਚ ਪਏ ਹੋਏ ਸ਼ਿਵ ਧਨੁਸ਼ ਨੂੰ ਤੋੜ ਕੇ ਸੀਤਾ ਨੂੰ ਲਈ ਜਾਣ ਵਾਲਾ ਦੱਸ ਤੂੰ ਕੌਣ ਹੈ। ਇਹ ਮੈਨੂੰ ਹੈਰਾਨੀ ਹੁੰਦੀ ਹੈ ਵੀ ਇਹ ਜਦੋਂ ਸਵੰਬਰ ਰਚਿਆ, ਸਾਰੇ ਪਾਸੇ ਮੈਸੇਜ ਵੀ ਭੇਜਤਾ, ਕਰੋੜਾਂ ਹੀ ਦੂਤ ਭੇਜੇ, ਉਦੋਂ ਕਿੱਥੇ ਸੀ ਪਰਸ਼ੂਰਾਮ? ਜਾਣੀ ਮੈਨੂੰ ਤਾਂ ਇਹ ਅਫਸੋਸ ਹੁੰਦਾ ਵੀ ਹੁਣ ਜਦੋਂ ਉਹਨੇ, ਪਰ ਗੱਲ ਇਹ ਵੀ ਹੈਗੀ ਹੈ ਜਿਹੜਾ ਕੰਪੀਟੀਸ਼ਨ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਉਹਦੇ ਵਿੱਚ ਰਾਮ ਨੇ ਧਨੁਸ਼ ਚੁੱਕਿਆ ਤੇ ਧਨੁਸ਼ ਤੋੜਤਾ ਤੇ ਬਾਕੀਆਂ ਦੀ ਵਿਚਾਰਿਆਂ ਦੀ ਵਾਰੀ ਹੀ ਨਹੀਂ ਆਈ। ਹੋ ਸਕਦਾ ਸਾਰੇ ਤੋੜ ਦਿੰਦੇ, 8 10 15 ਹਜ਼ਾਰ 20 1 ਲੱਖ ਬੰਦਾ ਜਿੰਨਾ ਵੀ ਉੱਥੇ ਪਹੁੰਚਿਆ ਹੋਊਗਾ ਬੰਦਾ, ਹੋ ਸਕਦਾ ਸਾਰੇ ਤੋੜ ਦਿੰਦੇ, ਜਾਂ ਰਾਮ ਤੋਂ ਇਲਾਵਾ ਕੋਈ ਹੋਰ ਵੀ ਉਹਨਾਂ ਨੂੰ ਤੋੜ ਦਿੰਦਾ। ਯਾਨੀ ਕੰਪੀਟੀਸ਼ਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਠੀਕ ਹੈ, ਕੋਈ ਗੜਬੜ ਹੈ ਜਿਵੇਂ EVM ਦੇ ਵਿੱਚ ਗੜਬੜ ਹੁੰਦੀ ਹੈ। ਇੱਥੇ ਘਰ ਵਿੱਚ ਪਏ ਹੋਏ ਸ਼ਿਵ ਧਨੁਸ਼ ਨੂੰ ਤੋੜ ਕੇ ਸੀਤਾ ਨੂੰ ਲਿਜਾਣ ਵਾਲਾ ਦੱਸ ਤੂੰ ਕੌਣ ਹੈ? ਪਰਸ਼ੂਰਾਮ ਪੁੱਛਦਾ ਸੀ ਗੁੱਸੇ 'ਚ ਆ ਕੇ ਰਾਮਚੰਦਰ ਨੂੰ। ਸੱਚ ਦੱਸੇ ਬਿਨਾਂ ਤੇਰੇ ਪ੍ਰਾਣ ਨਹੀਂ ਬਚਣਗੇ, ਅਤੇ ਨਹੀਂ ਤਾਂ ਗਲੇ ਉੱਤੇ ਮੇਰੇ ਕੁਹਾੜੇ ਦੀ ਧਾਰ ਸਹਾਰ ਲੈ। ਇਹ ਰਾਮ, ਰਣ ਨੂੰ ਛੱਡ ਕੇ ਘਰ ਨੂੰ ਚਲਿਆ ਜਾ, ਜੇ ਇੱਕ ਪਲ ਵੀ ਖੜਾ ਰਿਹਾ ਤਾਂ ਮਾਰਿਆ ਜਾਵੇਗਾ। ਇਹ ਮਤਲਬ ਕਿ ਉਹ ਮੈਨੂੰ ਫਿਰ ਉਹ ਫਿਲਮ ਵਾਲੀ ਗੱਲ ਯਾਦ ਆ ਗਈ ਜਿਹੜੀ ਨਾ ਬਦਲਾ ਜੱਟੀ ਦਾ, ਜਾਂ ਭਾਜਾ ਡੋਗਰਾ ਨਹੀਂ ਤਾਂ ਖਾਏਗਾ। ਚਲੋ, ਇਹ ਮੈਂ ਜਾਣਨਾ ਹੈ ਕਿ ਮੈਨੂੰ ਵੇਖ ਕੇ ਹੱਠੀ ਜਾਂ ਬਲੀ ਇੱਕ ਵੀ ਰਣ ਭੂਮੀ ਵਿੱਚ ਖੜੋਤਾ ਨਹੀਂ ਰਹੇਗਾ। ਇਹ ਜਾਣਦਾ ਹਾਂ ਕਿ ਮੈਨੂੰ ਵੇਖ ਕੇ ਹੱਠੀ ਜਾਂ ਬਲੀ, ਵੀ ਜਿੰਨਾ ਵੀ ਮਰਜ਼ੀ ਹੱਠ ਕਰਨ ਵਾਲਾ, ਜਿੰਨਾ ਮਰਜ਼ੀ ਜਿੱਦੀ ਹੋਵੇ, ਬਲੀ ਹੋਵੇ, ਰਣ ਭੂਮੀ ਵਿੱਚ ਮੈਨੂੰ ਵੇਖ ਕੇ ਕੋਈ ਖੜੋਤਾ ਨਹੀਂ ਰਹਿ ਸਕਦਾ। ਜਿਨ੍ਹਾਂ ਦੇ ਬਾਪ ਨੇ ਦੰਦਾਂ ਵਿੱਚ ਘਾਹ ਲੈ ਕੇ ਜਾਨ ਬਖਸ਼ਵਾਈ ਸੀ, ਕਿ ਉਸ ਦਾ ਪੁੱਤਰ ਅੱਜ ਮੇਰੇ ਨਾਲ ਯੁੱਧ ਲਈ ਹਥਿਆਰ ਫੜ ਸਕੇਗਾ? ਅੱਛਾ, ਜਿਨ੍ਹਾਂ ਦੇ ਬਾਪ ਨੇ ਦੰਦਾਂ ਵਿੱਚ ਘਾਹ ਲੈ ਕੇ ਜਾਨ ਬਖਸ਼ਵਾਈ ਸੀ, ਯਾਨੀ ਕਿਸੇ ਵੇਲੇ ਪਰਸ਼ੂਰਾਮ ਨੇ ਇਹਨੂੰ ਨੇਸਤਨਾਬੂਦ ਕੀਤਾ ਸੀ ਰਾਮਚੰਦਰ ਦੇ ਫਾਦਰ ਨੂੰ, ਤੇ ਵੀ ਉਦੋਂ ਮੈਂ ਤੇਰੀ ਜਾਨ ਤੇਰੇ ਬਾਪ ਦੀ ਬਖਸ਼ਦੀ ਸੀਗੀ, ਤੇ ਤੂੰ ਅੱਜ ਦੱਸ ਉਹਦਾ ਮੁੰਡਾ ਹੋ ਕੇ ਫਿਰ ਮੇਰੇ ਨਾਲ ਲੜਨ ਆ ਗਿਆ ਹੈ। ਜਦੋਂ ਧੌਂਸਾ ਵੱਜੇਗਾ ਤੇ ਰਣ ਵਿੱਚ ਪਰਸ਼ੂਰਾਮ ਖੰਭੇ ਵਾਂਗ ਅੱਡਿਆ ਜਾਵੇਗਾ, ਤਦੋਂ ਹੱਥ ਵਿੱਚ ਹਥਿਆਰ ਫੜਨ ਦੀ ਉਮੰਗ ਕਿਸ ਨੂੰ ਹੋਵੇਗੀ? ਹੇ ਰਾਮ, ਦੱਸ ਉਸ ਵੇਲੇ ਲੁਕਣ ਵਾਸਤੇ ਧਰਤੀ ਆਕਾਸ਼ ਪਤਾਲ ਕਿੱਥੋਂ ਥਾਂ ਲੱਭੇਗਾ? ਧਰਤੀ ਆਕਾਸ਼ ਪਤਾਲ ਵਿੱਚ ਕਿੱਥੋਂ ਥਾਂ ਲੱਭੇਗਾ ਉਸ ਵੇਲੇ ਜਦੋਂ ਮੈਂ ਤੈਨੂੰ ਜਾਣੀ ਮਾਰਨ ਤੇ ਆ ਹੀ ਗਿਆ? ਤਾਂ ਕਵੀ ਕਹਿੰਦਾ ਹੈ ਮੀਨਸ ਇਹ ਵੀ ਸਮਝ ਤੋਂ ਬਾਹਰ ਹੈ ਜੀ। 418 ਨੰਬਰ ਪੰਨਾ ਆ। ਕਵੀ ਕਹਿੰਦਾ ਹੈ ਕੀ ਲੋੜ ਪੈ ਗਈ ਲਿਖਣ ਦੀ ਜੀ। ਚਲੋ, ਜਦੋਂ ਵੈਰੀ ਨੇ ਇਸ ਤਰ੍ਹਾਂ ਦੇ ਬੋਲ ਸੁਣੇ, ਤਦੋਂ ਸ਼੍ਰੀ ਰਾਮ ਸੂਰਮੇ ਵਾਂਗ ਉਛਲ ਕੇ ਅੱਗੇ ਆਏ। ਓਕੇ। 7 ਸਮੁੰਦਰਾਂ ਤੱਕ ਪਹਾੜ ਦੱਬ ਗਏ ਅਤੇ ਧਰਤੀ ਤੇ ਆਕਾਸ਼ ਦੋਵੇਂ ਕੰਬਣ ਲੱਗੇ। ਸਾਰੀਆਂ ਦਿਸ਼ਾਵਾਂ ਦੇ ਦਕਸ਼ ਤੇ ਭੁਜੰਗ, ਦੇਵਤੇ ਤੇ ਦੈਂਤ ਦੋਵੇਂ ਡਰ ਮੰਨਣ ਲੱਗ ਪਏ। ਸ਼੍ਰੀ ਰਾਮਚੰਦਰ ਹੱਥਾਂ ਵਿੱਚ ਧਨੁਸ਼ ਲੈ ਕੇ ਕਹਿਣ ਲੱਗੇ, ਹੇ ਬ੍ਰਾਹਮਣ, ਦੱਸ ਕ੍ਰੋਧ ਨਾਲ ਕਿਸ ਦੇ ਉੱਤੇ ਤੀਰ ਖਿੱਚਾਂ, ਕਿਉਂਕਿ ਤੂੰ ਤਾਂ ਬ੍ਰਾਹਮਣ ਹੈ। ਚਲੋ ਜੀ, ਉਧਰ ਉਹ ਕਹਿੰਦਾ ਮੇਰੇ ਤੋਂ ਵੱਡਾ ਸੂਰਮਾ ਨਹੀਂ, ਇੱਧਰੋਂ ਰਘੂਨਾਥ, ਸ਼੍ਰੀ ਰਘੂਨਾਥ, ਰਘੂਕੁਲ ਦੇ ਵਿੱਚ ਜੋ ਸੀਗੇ ਰਾਮਚੰਦਰ, ਤੇ ਉਹ ਕਹਿੰਦੇ ਵੀ ਤੂੰ ਜਾ ਬਹਿ ਜਾ ਟਿਕ, ਮੈਂ ਤੂੰ ਤੇਰੇ ਤੇ ਮੈਂ ਤੂੰ ਜਿਵੇਂ ਆਪਾਂ ਕਹਿੰਦੇ ਨਾ ਵੀ ਤੂੰ ਜਨਾਨੀ ਅਗਰ ਲੇਡੀ ਹੁੰਦੀ ਆ ਕੋਈ ਵੀ, ਤੂੰ ਲੇਡੀ ਆ, ਮੈਂ ਤਾਂ ਕਰਕੇ ਤੇਰੇ ਤੇ ਤਰਸ ਖਾ ਰਿਹਾ ਆ ਵੀ ਤੈਨੂੰ ਮੈਂ ਹੱਥ ਨਹੀਂ ਲਾ ਸਕਦਾ, ਕਿਉਂਕਿ ਇੱਥੇ ਉਹ ਬ੍ਰਾਹਮਣ ਆ, ਵੀ ਮੈਂ ਤੇਰੇ ਤੇ ਤੀਰ ਨਹੀਂ ਖਿੱਚ ਸਕਦਾ। ਉਹ ਦੱਸ ਵੀ ਕਿਹਦੇ ਤੇ ਤੀਰ ਖਿੱਚਾਂ?
ਪਰਸ਼ੂਰਾਮ ਨੇ ਰਾਮ ਨੂੰ ਕਿਹਾ, ਜਿੰਨੇ ਕੁ ਬੋਲ ਤੂੰ ਕਹੇ ਹਨ ਉਹ ਕਹਿ ਲੈ, ਪਰ ਜੇ ਹੁਣ ਫਿਰ ਕਹੇਗਾ ਤਾਂ ਜਿਉਂਦਾ ਨਹੀਂ ਜਾਏਗਾ। ਇਹ ਤਾਂ ਪੂਰੀ ਪੰਜਾਬੀ ਫਿਲਮ ਮੈਨੂੰ ਯਾਦ ਆ ਗਈ ਜੀ। ਬਦਲਾ ਜੱਟੀ ਦਾ ਕਹਿ ਲਈਏ ਜਾਂ ਜੱਟ ਜਿਉਣਾ ਮੋੜ, ਹੋਰ ਬਹੁਤ ਨੇ ਇਹੋ ਜਿਹੀਆਂ ਫਿਲਮਾਂ, ਗੱਗੂ ਗਿੱਲ ਦੀਆਂ ਤਾਂ ਯੋਗਰਾਜ ਸਿੰਘ ਦੀਆਂ। ਹੱਥ ਵਿੱਚ ਜੋ ਹਥਿਆਰ ਫੜੇ ਸਨ ਸੋ ਫੜ ਲੈ, ਤੇ ਪਰ ਜੋ ਮੁੜ ਕੇ ਫੜੇਗਾ ਤਾਂ ਬਈ ਜਿਹੜਾ ਤੇਰੇ ਕੋਲ ਹਥਿਆਰ ਆ ਇਹੀ ਆ, ਬਸ ਦੁਬਾਰਾ ਤੈਨੂੰ ਮੈਂ ਹਥਿਆਰ ਫੜਨ ਜੋਗਾ ਨਹੀਂ ਛੱਡਣਾ। ਜਦੋਂ ਪਰਸ਼ੂਰਾਮ ਰਣ ਵਿੱਚ ਕ੍ਰੋਧ ਕਰੇਗਾ ਤਦੇ ਹੇ ਰਘੂਬੀਰ ਦੱਸ ਭੱਜ ਕੇ ਕਿੱਥੇ ਪ੍ਰਾਣ ਬਚਾਵੇਂਗਾ। ਸ਼ਿਵ ਦਾ ਧਨੁਸ਼ ਤੋੜ ਕੇ ਸੀਤਾ ਨੂੰ ਹਰ ਕੇ ਚੱਲਿਆ ਹੈ, ਕੁਐਸਚਨ ਮਾਰਕ ਹੈ ਜੀ, ਸਵਾਲ ਪੁੱਛਿਆ ਉਹਨੇ ਵੀ ਤੂੰ ਸ਼ਿਵ ਦਾ ਧਨੁਸ਼ ਤੋੜ ਕੇ ਸੀਤਾ ਨੂੰ ਹਰ ਕੇ ਚੱਲਿਆ ਹੈ, ਪਰ ਘਰ ਤੱਕ ਨਹੀਂ ਤੈਨੂੰ ਪਹੁੰਚਣ ਦਿੰਦਾ। ਰਾਮ ਨੇ ਪਰਸ਼ੂਰਾਮ ਪ੍ਰਤੀ ਕਿਹਾ, ਸਵਿਆ ਇਹ ਪੰਡਤ ਜੀ, ਜਿਹੜੇ ਬੋਲ ਤੁਸੀਂ ਕਹੇ ਉਹ ਮੈਂ ਸਹਾਰੇ, ਫੇਰ ਕੋਈ ਬੋਲ ਕਹੋਗੇ ਤਾਂ ਆਪਣੇ ਪ੍ਰਾਣ ਗਵਾ ਲਓਗੇ ਜੀ। ਮੂਰਖਾਂ ਵਾਂਗ ਆਕੜ ਕੇ ਕਿਉਂ ਬੋਲਦੇ ਹੋ, ਹੁਣ ਸਾਰੇ ਦੰਦ ਭਰਵਾ ਕੇ ਘਰ ਨੂੰ ਜਾਓਗੇ। ਇਹ ਜਾਣੀ ਗ੍ਰੰਥ ਯਾਰ, ਇਹਨੂੰ ਕਹਿੰਦੇ ਆ, ਮੈਨੂੰ ਮੱਥਾ ਟੇਕਦੇ ਆ, ਧੰਨ ਆ ਵੀ ਜਿਹੜੇ ਮੱਥਾ ਟੇਕਦੇ ਨੇ, ਜਿਹੜੇ ਇਸ ਪੰਜਾਬੀ ਫਿਲਮੀ ਡਾਇਲਾਗਾਂ ਨੂੰ। ਤੁਹਾਨੂੰ ਤਦੇ ਯੋਧਾ ਜਾਣਾਂਗਾ ਜਦੋਂ ਭੀੜ ਪੈਣ ਤੇ ਇੱਕ ਤੀਰ ਵੀ ਚਲਾ ਸਕੋਗੇ। ਵੀ ਜਦੋਂ ਲੜਾਈ ਹੋਈ ਤੂੰ ਇੱਕ ਵੀ ਤੀਰ ਚਲਾ ਕੇ ਦਿਖਾ ਦੀ ਪੁੱਤ, ਤੇ ਫਿਰ ਤੈਨੂੰ ਮੈਂ ਬੰਦੇ ਦਾ ਪੁੱਤ ਮੰਨੂ। ਆਹ ਕੰਮ ਹੈ ਬੇਸਿਕਲੀ ਫਿਲਮੀ ਡਾਇਲਾਗ। ਸਮਝ ਕੇ ਗੱਲ ਮੂੰਹੋਂ ਆਖੋ, ਕਿਉਂਕਿ ਇਸ ਗੱਲ ਦਾ ਫਲ ਹੁਣੇ ਹੀ ਪਾ ਲਵੋਗੇ। ਪਰਸ਼ੂਰਾਮ ਦਾ ਜਵਾਬ ਆਇਆ ਜੀ, ਸਵਈਆ ਮੈਂ ਤਦ ਹੀ ਤੁਹਾਨੂੰ ਮਨ ਵਿੱਚ ਸੱਚਾ ਪ੍ਰਭੂ ਜਾਣਾਂਗਾ ਜੇ ਤੁਸੀਂ ਸੱਚਮੁੱਚ ਹੀ ਰਾਮ ਅਵਤਾਰ ਕਹਾਉਂਦੇ ਹੋ। ਜਿਸ ਤਰ੍ਹਾਂ ਸ਼ਿਵ ਦਾ ਤੁਸੀਂ ਧਨੁਸ਼ ਤੋੜਿਆ ਹੈ, ਤਿਵੇਂ ਤੁਸੀਂ ਆਪਣਾ ਬਲ ਮੈਨੂੰ ਵੀ ਵਿਖਾਓ। ਜਿਵੇਂ ਹੀ ਹੱਥ ਵਿੱਚ ਗੱਦਾ, ਸਰੰਗ, ਧਨੁਖ ਅਤੇ ਚੱਕਰ ਅਤੇ ਹਿਰਦੇ ਉੱਤੇ ਪ੍ਰਗੁਲਤਾ ਦੇ ਚਿੰਨ੍ਹ ਨਾਲ ਸੁਸ਼ੋਭਿਤ ਹੋਵੋ। ਪ੍ਰਗੁਲਤਾ ਇਹਦਾ ਮਤਲਬ ਨਹੀਂ ਜੀ ਪਤਾ, ਇਹ ਤਾਂ ਦਸਮ ਗ੍ਰੰਥੀ ਆਪਾਂ ਨੂੰ ਜਿਨ੍ਹਾਂ ਨੇ ਚੰਗਾ ਅਧਿਐਨ ਕੀਤਾ ਉਹ ਸਮਝਾ ਸਕਦੇ ਆ, ਜਾਂ ਆਪਾਂ ਦੇਖ ਸਕਦੇ ਹਾਂ ਉਹਦੇ 'ਚ ਮਹਾਨ ਜਿਹੜਾ ਭਾਈ ਕਾਨ ਸਿੰਘ ਨਾਮਾ ਦਾ ਮਹਾਨ ਸ਼ਬਦਕੋਸ਼ ਆ, ਉਹਦੇ ਵਿੱਚ ਹੇ ਮਹਾਬਲੀ, ਮੇਰੇ ਇਸ ਧਨੁਸ਼ ਨੂੰ ਉਤਾਰ ਕੇ ਅੱਜ ਫਿਰ ਚੜਾ ਕੇ ਵਿਖਾਓ। ਹੇ ਮਹਾਬਲੀ, ਮੇਰੇ ਇਸ ਧਨੁਸ਼ ਨੂੰ ਉਤਾਰ ਕੇ ਅੱਜ ਫਿਰ ਚੜਾ ਕੇ ਦਿਖਾਓ। ਲਓ ਜੀ, ਉਹਨੇ ਚੈਲੰਜ ਦਿੱਤਾ। ਕਵੀ ਕਹਿੰਦਾ ਹੈ ਸਵੈਆ, ਇਹ ਕਵੀ ਕਹਿੰਦਾ ਹੈ, ਇਹ ਵਾਰੀ ਦੱਸਣ ਦੀ ਲੋੜ ਹੀ ਨਹੀਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਦੱਸਦੇ ਨੇ, ਜਾਂ ਜੋ ਵੀ ਹੈਗਾ ਆ, ਇਹ ਖਾਮ ਖਾਈ ਮੈਨੂੰ ਲੱਗਦਾ ਵੀ ਲਾਈਨਾਂ ਖਿੱਚੀਆਂ ਹੋਈਆਂ ਨੇ ਜੀ। ਆਹ ਦੇਖੋ, ਇੱਕ ਲਾਈਨ ਪੂਰੀ ਹੋ ਗਈ, ਕਵੀ ਕਹਿੰਦਾ ਹੈ ਸਵੈਆ। ਜਦੋਂ ਪਰਸ਼ੂਰਾਮ ਨੇ ਇਸ ਤਰ੍ਹਾਂ ਕਿਹਾ ਤਦੋਂ ਸ਼੍ਰੋਮਣੀ ਸੂਰਮੇ ਸ਼੍ਰੀ ਰਾਮਚੰਦਰ ਨੇ ਹੱਸ ਕੇ ਉਹਨਾਂ ਦਾ ਧਨੁਸ਼ ਹੱਥ ਵਿੱਚ ਫੜ ਲਿਆ, ਉਸਦਾ ਧਨੁਸ਼ ਹੱਥ ਵਿੱਚ ਫੜ ਲਿਆ, ਬਲਪੂਰਵਕ ਤੁਰੰਤ ਧਨੁਸ਼ ਚਾੜ ਲਿਆ ਅਤੇ ਛਿਣ ਵਿੱਚ ਹੀ ਖਿੱਚ ਕੇ 6 ਟੋਟੇ ਕਰ ਦਿੱਤੇ ਜੀ ਧਨੁਸ਼ ਦੇ। ਦੁਬਾਰਾ ਫਿਰ ਮਿਲ ਕੇ ਕੰਪੀਟੀਸ਼ਨ 'ਚ ਬਹਿਣਾ ਪੈ ਗਿਆ ਰਾਮਚੰਦਰ ਨੂੰ। ਉਸ ਦੀ ਆਕਾਸ਼ ਵਿੱਚ ਪਹੁੰਚਣ ਵਾਲੀ ਚਾਲ ਨੂੰ ਤੀਰ ਨਾਲ ਨਸ਼ਟ ਕਰ ਦਿੱਤਾ ਅਤੇ ਅੱਧ ਵਿਚਾਲੇ ਹੀ ਗੱਲ ਰਹਿ ਗਈ। ਨੱਟ ਦੇ ਜਮੂਰੇ ਵਾਂਗ ਉਸਦਾ ਕੁਝ ਜ਼ੋਰ ਨਹੀਂ ਚੱਲਦਾ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸੰਸਾਰ ਦੀ ਜਨਮ ਮਰਨ ਦੀ ਫਾਹੀ ਵਿੱਚ ਫਸ ਕੇ ਰਹਿ ਗਿਆ ਹੋਵੇ। ਇੱਥੇ ਸ਼੍ਰੀ ਰਾਮ ਦੀ ਯੁੱਧ ਵਿੱਚ ਜਿੱਤ ਹੋਈ। ਉਹ ਹੁਣ ਔਦ ਵਿੱਚ ਪ੍ਰਵੇਸ਼ ਦਾ ਕਥਨ ਸਵਿਆ। ਪਰਸ਼ੂਰਾਮ ਸ਼੍ਰੀ ਰਾਮ ਨੂੰ ਚੰਗੀ ਤਰ੍ਹਾਂ ਜੱਫੀ ਪਾ ਕੇ ਗਲ ਲਾ ਕੇ ਮਿਲੇ ਅਤੇ ਦੋਹਾਂ ਨਾਲ ਉਸ ਨੂੰ ਵੇਖਿਆ। ਸ਼੍ਰੀ ਰਾਮ ਦੀਆਂ ਗੱਲਾਂ ਉੱਤੇ ਭੌਰੇ ਗੂੰਜਦੇ ਸਨ। ਟੇਢੀਆਂ ਜ਼ੁਲਫਾਂ ਸੱਪ ਦੇ ਬੱਚਿਆਂ ਵਾਂਗ, ਨਾਗ ਦੇ ਬੱਚਿਆਂ ਵਾਂਗ ਅੰਗਾਂ ਉੱਤੇ ਮੋਹਿਤ ਹੋ ਰਹੀਆਂ ਸਨ। ਹੱਥਾਂ ਨੂੰ ਵੇਖ ਕੇ ਕਮਲ, ਅੱਖਾਂ ਨੂੰ ਵੇਖ ਕੇ ਹਿਰਨ, ਮੁੱਖ ਨੂੰ ਵੇਖ ਕੇ ਚੰਦਰਮਾ, ਲੱਕ ਨੂੰ ਵੇਖ ਕੇ ਸ਼ੇਰ ਅਤੇ ਆਵਾਜ਼ ਨੂੰ ਸੁਣ ਕੇ ਕੋਇਲ ਦਿਲ ਵਿੱਚ ਹੈਰਾਨ ਹੋ ਰਹੀ ਸੀ। ਜੋ ਜਵਾਨ ਇਸਤਰੀਆਂ ਸ਼੍ਰੀ ਰਾਮ ਦੀ ਛਵੀ ਨੂੰ, ਛਵੀ ਲਿਖਿਆ, ਛਵੀ ਹੋਣਾ ਚਾਹੀਦਾ ਹੈ ਭੱਬਾ, ਚਲੋ ਐਨੀਵੇ, ਛਵੀ ਆ, ਉੱਪਰ ਵੀ ਛਵੀ ਆ ਵੀ ਛਵੀ, ਭੱਬਾ ਛਵੀ, ਵਾਹ ਭੱਬਾ ਵੀ ਨਹੀਂ, ਵਾਹ। ਜੋ ਜਵਾਨ ਇਸਤਰੀਆਂ ਸ਼੍ਰੀ ਰਾਮ ਦੀ ਛਵੀ ਨੂੰ ਦੇਖਦੀਆਂ ਸਨ ਉਹਨਾਂ ਨੂੰ ਮੰਜੀ ਤੇ ਲੇਟਣਾ ਭੁੱਲ ਜਾਂਦਾ ਸੀ ਅਤੇ ਜੋ ਰਾਹੀ ਦੇਖਦੇ ਸਨ ਉਹ ਰਸਤੇ ਉੱਤੇ ਚੱਲਣਾ ਉਚਕ ਜਾਂਦੇ ਸਨ। ਸ਼੍ਰੀ ਰਾਮ ਵੱਲੋਂ ਪਰਸ਼ੂਰਾਮ ਦਾ ਧਨੁਸ਼ ਚੜਾਉਣ ਵੇਲੇ ਸੀਤਾ ਮਨ ਵਿੱਚ ਮੂਰਛਿਤ ਹੋਈ ਸੋਚਣ ਲੱਗੀ ਕਿ ਰਾਮ ਜੀ ਮਨ ਵਿੱਚ ਇਸ ਗੱਲ ਨੂੰ ਵਸਾ ਲੈਣਗੇ
ਕਿ ਜਿਵੇਂ ਸ਼ਿਵ ਧਨੁਸ਼ ਨੂੰ ਤੋੜ ਕੇ ਮੈਨੂੰ ਵਿਆਹਿਆ ਹੈ, ਤਿਵੇਂ ਇਸ ਦੇ ਧਨੁਸ਼ ਨੂੰ ਤੋੜ ਕੇ ਹੋਰ ਨੂੰ ਵਿਆਹ ਲਿਆਉਣਗੇ। ਉਹ ਸੀਤਾ ਨੂੰ ਹੋਰ ਡਰ ਪੈ ਗਿਆ ਉੱਧਰੋਂ ਵੀ ਅੱਗੇ ਉਹਨੇ ਧਨੁਸ਼ ਤੋੜਿਆ ਤੇ ਮੈਨੂੰ ਵਿਆਹ ਲਿਆ, ਤੇ ਇੱਕ ਇਹਨੇ ਹੋਰ ਧਨੁਸ਼ ਤੋੜਤਾ ਤੇ ਕਿਸੇ ਹੋਰ ਨੂੰ ਵਿਆਹ ਲਿਆਉਣਗੇ। ਜੇਕਰ ਹੁਣੇ ਹੀ ਇਸਨੇ ਦੂਜੀ ਇਸਤਰੀ ਵਿਆਹ ਲਈ ਤਾਂ ਸਵਾਮੀ ਜੀ ਮੈਨੂੰ ਜ਼ਰੂਰ ਹੀ ਮਨੋਂ ਭੁਲਾ ਦੇਣਗੇ। ਯਾਰ ਉਹ ਤਾਂ ਵਿਚਾਰਾ ਹਲੇ ਸਵੰਬਰ ਉਹਦਾ ਹੋਇਆ ਤੇ ਨਾਲੇ ਪਰਸ਼ੂਰਾਮ ਆ ਗਿਆ ਤੇ ਸੀਤਾ ਨੇ ਪਹਿਲਾਂ ਹੀ ਉਹਦੇ 'ਚ ਸ਼ੱਕ ਕਰਨਾ ਸ਼ੁਰੂ ਕਰਤਾ। ਕੀ ਮੈਂ ਆਪਣੇ ਚੰਗੇ ਭਾਗ ਦੇਖ ਰਹੀ ਹਾਂ, ਪਤਾ ਨਹੀਂ ਅੱਜ ਬ੍ਰਾਹਮਣ ਇਸ ਥਾਂ ਤੇ ਕੀ ਕਰ ਦੇਵੇਗਾ। ਇੰਨੇ ਚਿਰ ਵਿੱਚ ਰਾਮ ਬ੍ਰਾਹਮਣ ਨੂੰ ਜਿੱਤ ਕੇ ਆਪਣੇ ਦਲ ਵਿੱਚ ਆ ਗਏ ਅਤੇ ਵਜੰਤਰੀਆਂ ਨੇ ਵਧਾਈ ਵਜਾ ਦਿੱਤੀ। ਇੰਨੇ ਚਿਰ ਵਿੱਚ ਰਾਮ ਬ੍ਰਾਹਮਣ ਨੂੰ ਜਿੱਤ ਕੇ ਆਪਣੇ ਦਲ ਵਿੱਚ ਆ ਗਿਆ ਅਤੇ ਵਜੰਤਰੀਆਂ ਨੇ ਵਧਾਈ ਵਜਾ ਦਿੱਤੀ। ਰਣ ਵਿੱਚ ਰਾਮ ਦੀ ਜਿੱਤ ਸੁਣ ਕੇ ਸਾਰੇ ਭਗੌੜੇ ਲੋਕ ਡਰ ਨਾਲ ਇੱਧਰ ਉੱਧਰ ਘੁੰਮਣ ਲੱਗੇ। ਮੈਨੂੰ ਡਰ ਫੇਰ ਲੱਗਦਾ ਇਹਨਾਂ ਨੇ ਫੇਰ ਲੜਾਈ ਸ਼ੁਰੂ ਕਰ ਦੇਣੀ ਹੈ ਰਾਮਚੰਦਰ ਨੇ। ਉਹ ਵਿਚਾਰੇ ਨੂੰ ਟਿਕ ਲੈਣ ਦਿਓ ਯਾਰ। ਸੀਤਾ ਆਪਣੇ ਕੋਲ ਰਹੀ ਹੈ ਅਤੇ ਰਣ ਵਿੱਚ ਰਾਮ ਜਿੱਤੇ ਹਨ। ਇਹ ਗੱਲ ਜਦੋਂ ਦਸ਼ਰਥ ਨੇ ਸੁਣੀ ਤਾਂ ਮਨ ਵਿੱਚ ਬਹੁਤ ਪ੍ਰਸੰਨ ਹੋਇਆ ਅਤੇ ਧਨ ਦਾ ਬੱਦਲ ਬਣਾ ਕੇ ਮੀਂਹ ਵਰਸਾ ਦਿੱਤਾ। ਲਓ ਜੀ, ਰਾਜਾ ਦਸ਼ਰਥ ਜਾਣੀ ਪੈਸੇ ਖੁੱਲ੍ਹੇ ਵਰਸਾਉਂਦਾ ਸੀਗਾ ਜੀ। ਜਦੋਂ ਵੀ ਵਰਸਾਉਂਦਾ ਸੀ ਉਹ ਯੱਗ ਵੇਲੇ ਵੀ ਬਹੁਤ ਪੈਸੇ ਖਰਚੇ ਨੇ, ਅਤੇ ਹੁਣ ਰਾਮ ਦਾ ਵਿਆਹ ਹੋ ਗਿਆ ਅਤੇ ਇੱਥੇ ਬੜੇ ਪੈਸੇ ਇਹਨੇ ਖਰਚੇ ਆ। ਸਾਰਿਆਂ ਘਰਾਂ ਦੇ ਬੂਹਾਂ ਉੱਤੇ ਬੰਧਨਵਾਰ ਬੰਨੀਆਂ ਗਈਆਂ, ਚੰਦਨ ਨਾਲ ਸਾਰੇ ਘਰ ਛਿੜਕੇ ਗਏ। ਕੇਸਰ ਘੋਲ ਕੇ ਜਾਵੀਆਂ ਉੱਪਰ ਪਾਇਆ ਗਿਆ। ਸਾਰੇ ਹੀ ਵਿਅਕਤੀ ਇੰਦਰ ਵਾਂਗੂ ਸੱਜ ਕੇ ਤੁਰੇ। ਤਾਲ, ਮਿਰਦੰਗ, ਪਖਾਵਜ ਆਦਿ ਵਾਜੇ ਵੱਜ ਰਹੇ ਸਨ ਅਤੇ ਕੋਟਾਨ ਕੋਟ ਨਾਚ ਗਾਣੇ ਦੇ ਅਖਾੜੇ ਬਣੇ ਹੋਏ ਸਨ। ਪੇਸ਼ਵਾਈ ਲਈ ਸਭ ਲੋਕ ਅੱਗੇ ਆ ਕੇ ਮੇਰੇ ਅਤੇ ਪੁੱਤਰ ਨੂੰ ਲੈ ਕੇ ਪਿਤਾ ਅਯੋਧਿਆ ਨਗਰ ਨੂੰ ਚਲੇ ਗਏ। ਚੌਪਈ। ਸਭ ਨੇ ਮਿਲ ਜੁਲ ਕੇ ਉਤਸ਼ਾਹ ਪ੍ਰਗਟ ਕੀਤਾ। ਰਾਜੇ ਨੇ ਤਿੰਨਾਂ ਪੁੱਤਰਾਂ ਦਾ ਵਿਆਹ ਰਚਾਇਆ। ਯਾਨੀ ਤਿੰਨ ਜਿਹੜੇ ਬਾਕੀ ਰਹਿ ਗਏ, ਕਿਉਂਕਿ 4 ਭਰਾ ਸੀਗੇ ਇਕੱਠੇ ਹੋਏ ਇਹ। ਚਲੋ ਐਨੀਵੇ ਨੈਕਸਟ ਪੇਜ ਤੇ ਚੱਲਦੇ ਹਾਂ। ਸਫਾ 421। ਰਾਮ ਸੀਤਾ ਨੂੰ ਵਿਆਹ ਕੇ ਘਰ ਆਏ। ਦੇਸ਼ ਪ੍ਰਦੇਸ਼ ਵਿੱਚ ਵਧਾਈ ਦਾ ਮਾਹੌਲ ਬਣ ਗਿਆ। ਜਿੱਥੇ ਕਿਤੇ ਬਹੁਤ ਉਤਸ਼ਾਹ ਦਿਸ ਰਿਹਾ ਸੀ। ਹਰ ਪਾਸੇ ਰਾਜੇ ਦੇ ਤਿੰਨਾਂ ਪੁੱਤਰਾਂ ਦੇ ਵਿਆਹ ਦਾ ਹੀ ਵਿਚਾਰ ਹੋ ਰਿਹਾ ਸੀ। ਇਹ ਜਾਣੀ 2 ਵਿਆਹ ਜਿਹੜੇ ਹੋਰ ਹੋਏ ਨੇ, ਜਾਣੀ 4 ਭਰਾ ਸੀਗੇ ਇਹ ਟੋਟਲ। ਤਿੰਨ ਮਾਵਾਂ ਤੋਂ 3 ਪਤਨੀਆਂ ਤੋਂ 4 ਪੁੱਤਰ ਹੋਏ ਸੀ ਰਾਜੇ ਦਸ਼ਰਥ ਦੇ, ਤੇ ਤਿੰਨਾਂ ਦੇ ਵਿਆਹ ਦੀ ਗੱਲਬਾਤ ਕੀਤੀ ਹੈ। ਬਾਕੀ ਦੋਵਾਂ ਦਾ ਵਿਆਹ ਹੁਣ ਸਮਝ ਤੋਂ ਬਾਹਰ ਹੈ ਜੀ। ਉਹਦੇ ਬਾਰੇ ਕੋਈ ਜ਼ਿਆਦਾ ਵਰਣਨ ਨਹੀਂ ਦਿੱਤਾ ਜੀ ਇਹਨਾਂ ਨੇ। ਅਪਾਰ ਤਾਲ ਅਤੇ ਮ੍ਰਿਦੰਗ ਵੱਜ ਰਹੇ ਸਨ। ਬਹੁਤ ਅਧਿਕ ਨਾਚ ਮੰਡਲੀਆਂ ਨਾਚ ਕਰ ਰਹੀਆਂ ਸਨ। ਘੋੜ ਸਵਾਰ ਸੂਰਮੇ ਸੱਜ ਕੇ ਜਾ ਰਹੇ ਸਨ। ਜੇ ਜਵਾਨ ਚੰਗੇ ਸਿਪਾਹੀ ਸਨ, ਰਾਜੇ ਦਸ਼ਰਥ ਦੇ ਦੁਆਰੇ ਤੇ ਜਾ ਪਹੁੰਚੇ ਸਨ। ਮਹਾਰਥੀ ਅਤੇ ਵੱਡੇ ਧਨੁਸ਼ਧਾਰੀ ਅਪਾਰਾ ਹੀ ਟਲ ਜੰਗ ਵਿੱਚ ਮੁਚੰਗ ਵੱਜ ਰਹੇ ਸਨ। ਢੋਲ, ਮ੍ਰਿਦੰਗ, ਸੁਰੰਗ ਵੀ ਸੁਰ ਮਲਾਈ ਜਾ ਰਹੀ ਸੀ। ਵੈਸ਼ਿਆਵਾਂ ਗੀਤ ਗਾ ਰਹੀਆਂ ਸਨ ਅਤੇ ਨੈਣਾ ਨੂੰ ਮਟਕਾ ਕੇ ਹੱਥਾਂ ਦੀਆਂ ਤਾੜੀਆਂ ਵਜਾ ਰਹੀਆਂ ਸਨ। ਵੈਸ਼ਿਆਵਾਂ ਮੰਗਤਿਆਂ ਨੂੰ ਧਨ ਦੀ ਇੱਛਾ ਨਾ ਰਹੀ। ਕਿਆ ਬਾਤ। ਸੋਨੇ ਦੇ ਦਾਣੇ ਦੀ ਮਾਨੋ ਨਦੀਆਂ ਵਗ ਰਹੀ ਹੋਵੇ। ਸੋਨੇ ਦੇ ਦਾਨ ਦੀ ਮੰਨੋ ਨਦੀ ਵਗ ਰਹੀ ਹੋਵੇ। ਜੇ ਕੋਈ ਚੀਜ਼ ਮੰਗਣ ਲਈ ਆਉਂਦਾ ਸੀ ਤਾਂ 20 ਚੀਜ਼ਾਂ ਲੈ ਕੇ ਘਰ ਨੂੰ ਜਾਂਦਾ ਸੀ। ਰਾਮਚੰਦਰ ਸੱਜ ਧੱਜ ਕੇ ਤੁਰ ਪਏ ਸਨ। ਇੰਜ ਪ੍ਰਤੀਤ ਹੋ ਰਹੇ ਸਨ ਮਾਨੋ ਬਣ ਵਿੱਚ ਬਸੰਤ ਰੁੱਤ ਦੇ ਫੁੱਲ ਖਿੜੇ ਹੋਣ। ਉਹਨਾਂ ਦੇ ਸਰੀਰ ਉੱਤੇ ਪਾਇਆ ਕੇਸਰ ਇਸ ਤਰ੍ਹਾਂ ਸੋਭਾ ਪਾ ਰਿਹਾ ਸੀ ਮਾਨੋ ਹਿਰਦੇ ਦਾ ਆਨੰਦ ਉਛਲ ਕੇ ਬਾਹਰ ਆ ਗਿਆ ਹੋਵੇ। ਉਹਨਾਂ ਨੇ ਆਪਣੀ ਅਮਿਤ ਚਤੁਰੰਗੀ ਸੈਨਾ ਨੂੰ ਇਸ ਤਰ੍ਹਾਂ ਸਜਾਇਆ ਹੋਇਆ ਸੀ ਜਿਸ ਤਰ੍ਹਾਂ ਗੰਗਾ ਉਮੜ ਕੇ ਚੱਲਦੀ ਹੈ। ਸਫਾ 422। ਚੰਗੇ ਭਲੇ ਰਾਜਕੁਮਾਰ ਸੈਨਾ ਸਜਾ ਕੇ ਚੜ੍ਹ ਪਏ ਸਨ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਕਰੋੜਾਂ ਸੂਰਜ ਆਕਾਸ਼ ਵਿੱਚ ਚੜ੍ਹੇ ਹੋਏ ਹੋਣ। ਭਰਤ ਸਮੇਤ ਸਾਰੇ ਭਰਾ ਸੋਭਾ ਪਾ ਰਹੇ ਸਨ। ਤਿੰਨੇ ਭਰਾ ਜਿਹੜੇ 4 ਭਰਾ ਨੇ ਭਰਤ ਸਮੇਤ, ਤੇ ਉਹਨਾਂ ਬਾਰੇ ਮੁੱਖ ਤੋਂ ਕੁਝ ਵੀ ਵਰਣਨ ਨਹੀਂ ਸੀ ਕੀਤਾ ਜਾ ਸਕਦਾ। ਸੁੰਦਰ ਪੁੱਤਰ ਮਾਵਾਂ ਦੇ ਮਨ ਮੋਹ ਰਹੇ ਸਨ। 3 ਮਾਵਾਂ ਸੀ ਜੀ 4 ਪੁੱਤਰਾਂ ਦੀਆਂ। ਇੰਜ ਲੱਗਦਾ ਸੀ ਮਾਨੋ ਦਿੱਤੀ ਦੇ ਘਰ ਅਦਿੱਤੀ
ਮਾਨੋ ਅਦਿੱਤੀ ਦੇ ਘਰ ਚੰਦ ਤੇ ਸੂਰਜ ਦੋਵੇਂ ਸ਼ੋਭ ਰਹੇ ਹੋਣ। ਇਸ ਤਰ੍ਹਾਂ ਦੀ ਜੁਗਤ ਨਾਲ ਜੰਝ ਸੋਹਣੀ ਸਜੀ ਹੋਈ ਸੀ। ਬਰਾਤਾ ਜੰਝ ਤੇ ਨਾਲੇ ਕਹਿੰਦੇ ਵਿਆਹ ਹੋ ਗਿਆ ਤੇ ਹਲੇ ਪਤਾ ਨਹੀਂ, ਚਲੋ ਰਿਸੈਪਸ਼ਨ ਹੋਣੀ ਹੈ, ਕਿ ਉਹਨਾਂ ਦਾ ਕੁਝ ਵੀ ਵਰਣਨ ਨਹੀਂ ਸੀ ਹੋ ਸਕਦਾ। ਇਹ ਗੱਲਾਂ ਕਹਿਣ ਨਾਲ ਗ੍ਰੰਥ ਦਾ ਆਕਾਰ ਵੱਡਾ ਹੋ ਜਾਵੇਗਾ। ਹਲੇ ਲੜਾਈ ਝਗੜੇ ਨਾਲ ਇੰਨਾ ਵੱਡਾ ਕੀਤਾ ਗ੍ਰੰਥ ਦਾ ਆਕਾਰ, ਜਾਣੀ ਇਹ ਹੁਣ ਕਵੀ ਕਹਿ ਰਿਹਾ ਹੈਗਾ ਜੀ ਵੀ ਮੈਂ ਹਲੇ ਹੋਰ ਬਹੁਤ ਕੁਝ ਬਿਆਨ ਕਰਨਾ ਸੀਗਾ, ਜੋ ਵੀ ਕਵੀ ਹੈ ਜੀ ਇਹਦਾ ਰਾਮ ਅਵਤਾਰ ਦਾ। ਤੇ ਬਈ ਇਸ ਤਰ੍ਹਾਂ ਦੀ ਜੋਚ ਨਾਲ ਜੰਝ ਸੋਹਣੀ ਸਜੀ ਹੋਈ ਸੀ ਕਿ ਉਹਨਾਂ ਦਾ ਕੁਝ ਵਰਣਨ ਨਹੀਂ ਸੀ ਹੋ ਸਕਦਾ, ਕਿਉਂਕਿ ਇਹਨਾਂ ਗੱਲਾਂ ਕਹਿਣ ਨਾਲ ਜੇ ਵਰਣਨ ਕਰਨ ਲੱਗੇ ਤਾਂ ਇਹ ਹੋਰ ਬਹੁਤ ਵੱਡਾ ਹੋ ਜਾਣਾ ਹੈ। ਜਾਂ ਉੱਥੇ ਮਤਲਬ ਕਿ ਵੱਖ ਤਰ੍ਹਾਂ ਦੇ ਵਿਅੰਜਨ, ਚਾਟ ਪਕੌੜੀਆਂ, ਹਾਂਜੀ ਉੱਥੇ ਖੈਰ ਨੌਨ ਵੈਜ ਤਾਂ ਨਹੀਂ ਹੋਣਾ ਹੈਗਾ, ਅਤੇ ਜੂਸ, ਹਾਂਜੀ ਮਠਿਆਈ, ਭਾਂਤ ਦੀ ਜਲੇਬੀਆਂ ਕੱਢਣ ਵਾਲਾ ਗੁੱਡੂ ਹਲਵਾਈ ਸਾਡੇ ਪਿੰਡ ਵਾਲਾ ਉਹ ਵੀ ਬੈਠਾ ਸੀਗਾ। ਅਤੇ ਬਹੁਤ ਵੱਡਾ ਜਿਹੜੀ ਲੰਮਾ ਚੌੜਾ ਹੋ ਜਾਣਾ। ਇਸ ਕਰਕੇ ਧੰਨਵਾਦ ਲਿਖਣ ਵਾਲਿਆਂ ਦਾ, ਛੋਟਾ ਰੱਖਿਆ ਇਹਨੂੰ। ਪੁੱਤਰਾਂ ਨੇ ਆ ਕੇ ਪਿਤਾ ਨੂੰ ਪ੍ਰਣਾਮ, ਹੁਣ ਤਿੰਨਾਂ ਮੁੰਡਿਆਂ ਦੇ ਵਿਆਹ ਸੀ ਜੀ ਇਕੱਠੇ ਤਿੰਨੇ। ਪੁੱਤਰਾਂ ਨੇ ਆ ਕੇ ਪਿਤਾ ਨੂੰ ਪ੍ਰਣਾਮ ਕੀਤਾ। ਤਿੰਨੇ ਬਲਵਾਨ ਪੁੱਤਰ ਹੱਥ ਜੋੜ ਕੇ ਖੜੇ ਹੋ ਗਏ। ਪੁੱਤਰਾਂ ਨੂੰ ਵੇਖ ਕੇ ਪਿਤਾ ਦਾ ਮਨ ਆਨੰਦ ਨਾਲ ਭਰ ਗਿਆ। ਉਹਨਾਂ ਨੇ ਬ੍ਰਾਹਮਣ ਨੂੰ ਬਹੁਤ ਦਾਨ ਦਿੱਤਾ। ਯਾਰ ਕਿੰਨੀ ਵਾਰੀ ਤਾਂ ਗੱਲ ਹੋ ਗਈ ਆ ਦਾਨ ਦੇਣ ਵਾਲੀ। ਮਾਤਾ ਤੇ ਪਿਤਾ ਨੇ ਪੁੱਤਰਾਂ ਨੂੰ ਉਹ ਗਲ ਨਾਲ ਲਾ ਲਿਆ ਜਿਵੇਂ ਦੋ ਜਨਮਾਂ ਦੇ ਕੰਗਲਿਆਂ ਨੇ ਰਤਨ ਲੱਭ ਲੈ ਹੋਣ। ਜਿਵੇਂ ਜਾਣੀ ਕਿ ਨਾ ਬਹੁਤ ਕੰਗਲੇ ਬੰਦਿਆਂ ਨੂੰ ਬਹੁਤ ਕੁਛ ਲੱਭ ਗਿਆ ਹੋਵੇ, ਐਂ ਉਹਨਾਂ ਦੇ ਨਾਲ ਜਾਣੀ ਮਿਲੇ ਉਹ ਪਿਆਰ ਦੇ ਨਾਲ। ਜਦੋਂ ਵਿਦਾ ਹੋਣ ਲਈ ਭਰਾ ਰਾਮ ਦੇ ਘਰ ਗਏ, ਇਹ ਨਹੀਂ ਗੱਲ ਸਮਝ ਲੱਗੀ ਜੀ। ਵਿਦਾ ਹੋਣ ਲਈ ਭਰਾ ਰਾਮ ਦੇ ਘਰ ਗਏ, ਅੱਛਾ ਜਦੋਂ ਉਹਦੇ ਰਾਮ ਦੇ ਭਰਾ ਵਿਦਾ ਹੋਣ ਲਈ ਉਹਦੇ ਘਰੇ ਗਏ, ਉਹਨਾਂ ਦੇ ਚਰਨ ਕਮਲਾਂ ਉੱਤੇ ਸਿਰ ਰੱਖ ਦਿੱਤਾ। ਕਬਿਤ ਰਾਮ ਨੇ ਭਰਾਵਾਂ ਨੂੰ ਵਿਦਾ ਕਰਨ ਲੱਗਿਆਂ ਉਹਨਾਂ ਦਾ ਸਿਰ ਚੁੰਮਿਆ ਅਤੇ ਪਿੱਠ ਤੇ ਹੱਥ ਫੇਰਿਆ ਅਤੇ ਆਨੰਦਪੂਰਵਕ ਪਾਨ ਬੀੜੇ ਅੱਗੇ ਰੱਖੇ। ਪਾਨ ਬੀੜੇ ਆ ਜਿਹੜੇ ਪਾਨ ਖਾਂਦੇ ਹੁੰਦੇ ਆਪਾਂ, ਧੌਂਸਾ ਵਜਾ ਕੇ ਤਿੰਨੇ ਭਰਾ ਇਸ ਤਰ੍ਹਾਂ ਤੁਰ ਪਏ ਮਾਨੋ ਕਰੋੜਾਂ ਸੂਰਜ ਤੇ ਚੰਦਰਮਾ ਆ ਉਤਰੇ ਹੋਣ। ਕੇਸਰ ਨਾਲ ਭਿੱਜੇ ਹੋਏ ਕੱਪੜੇ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ ਮਾਨੋ ਰੂਪ, ਰਾਗ, ਸੁਹਾਗ ਅਤੇ ਭਾਗ ਦੇ ਭਰੇ ਹੋਣ। ਰਾਜਾ ਦਸ਼ਰਥ ਦੇ ਪੁੱਤਰ ਇਸ ਤਰ੍ਹਾਂ ਸ਼ੋਭਾ ਦਿੰਦੇ ਸਨ ਕਿ ਕਿਧਰੇ ਰਾਮ ਜੀ ਨੇ ਕਰੋੜਾਂ ਸਰੀਰ ਧਾਰਨ ਕੀਤੇ ਹੋਣ। ਕਬਿਤ ਪੰਨਾ 423। ਹੁਣ ਅਯੋਧਿਆ ਤੋਂ ਨਿਕਲ ਤੁਰੇ ਚੰਗੇ ਸੂਰਮਿਆਂ ਨਾਲ ਲੈ ਹੋਏ ਸਨ। ਯੁੱਧ ਤੋਂ ਕਦੇ ਟਰਨ ਵਾਲੇ ਨਹੀਂ ਸਨ ਤੇ ਸ਼ੋਭਾ ਦੇ ਘਰ ਸਨ। ਯਾਰ ਯੁੱਧ ਦੀ ਗੱਲ ਕਿਉਂ ਆ ਜਾਂਦੀ ਹੈ ਵਾਰੀ ਫੇਰ ਯੁੱਧ ਆ ਗਿਆ, ਮੈਨੂੰ ਲੱਗਦਾ ਫੇਰ ਲੜਾਈ ਝਗੜਾ ਹੋਊਗਾ। ਤੇ ਸੁੰਦਰ ਰਾਜਕੁਮਾਰਾਂ ਦੇ ਗਲਾਂ ਵਿੱਚ ਅਪਾਰ ਹਾਰ ਸ਼ੋਭਾ ਪਾ ਰਹੇ ਹਨ। ਤਿੰਨਾਂ ਲੋਕਾਂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰਾਂ ਨੂੰ ਮੋਹਣ ਵਾਲੇ ਹਨ। ਤਿੰਨੇ ਭਰਾ ਵੈਰੀਆਂ ਨੂੰ ਦਲ ਸੁੱਟਣ ਵਾਲੇ ਅਤੇ ਤਿੰਨਾਂ ਲੋਕਾਂ ਨੂੰ ਜਿੱਤਣ ਵਾਲੇ ਹਨ। ਰਾਮ ਜੀ ਦੇ ਭਰਾ ਹਨ ਅਤੇ ਹਰੀ ਨਾਮ ਨੂੰ ਚਾਹੁਣ ਵਾਲੇ ਹਨ। ਬੁੱਧੀ ਦੇ ਉਦਾਰ ਹਨ, ਸ਼ਿੰਗਾਰ ਰਸ ਦੇ ਅਵਤਾਰ ਹਨ, ਦਾਨ ਤੇ ਸ਼ੀਲ ਦੇ ਪਹਾੜ ਹਨ ਜਾਂ ਕਾਮ ਦੇ ਕੁਮਾਰ ਬਣੇ ਹੋਏ ਹਨ। ਘੋੜਿਆਂ ਦਾ ਵਰਣਨ ਆ ਗਿਆ ਜੀ। ਕਬਿਤ ਉਹ ਘੋੜੇ ਨਹੀਂ ਮਾਨੋ ਚੰਚਲ ਇਸਤਰੀਆਂ ਦੇ ਨੇਤਰ ਹੋਣ ਜਾਂ ਚਤੁਰ ਇਸਤਰੀ ਦੇ ਬੋਲ ਹੋਣ ਜਾਂ ਆਕਾਸ਼ ਦਾ ਵਾਵਰੋਲਾ ਹੋਣ, ਕਿਉਂਕਿ ਉਸੇ ਤਰ੍ਹਾਂ ਥਰਕ ਰਹੇ ਹਨ। ਘੋੜਿਆਂ ਦੀ ਗੱਲਬਾਤ ਹੋ ਰਹੀ ਹੈ ਜੀ। ਇਹ ਮਾਨੋ ਨਾਚੀ ਦੇ ਪੈਰ ਹੋਣ ਜਾਂ ਜੂਏ ਵਰਗੇ ਦਾਓ ਹੋਣ ਜਾਂ ਛੱਲ ਦਾ ਵਿਖਾਵਾ ਹੋਵੇ, ਕਿਉਂਕਿ ਇਸ ਤਰ੍ਹਾਂ ਵਿਚਰ ਰਹੇ ਹਨ। ਉਹ ਹਾਕੇ ਵਾਲੇ ਸੂਰਮਿਆਂ ਦੇ ਹੌਕੇ ਹੋਏ ਹਨ ਜਾਂ ਬੰਦੂਕ ਦੀ ਗੋਲੀ ਜਾਂ ਧਨੁਸ਼ ਵਿੱਚੋਂ ਨਿਕਲੇ ਤੀਰ ਹਨ ਜਾਂ ਅੰਜਨੀ ਦੇ ਪੁੱਤਰ ਹਨੂਮਾਨ ਹਨ ਜਾਂ ਤੁਜਾਂ ਦੇ ਫਰਾ ਹਨ। ਕਾਮ ਦੀਆਂ ਲਹਿਰਾਂ ਹਨ ਜਾਂ ਗੰਗਾ ਦੀਆਂ ਤਰੰਗਾਂ ਹਨ ਜਾਂ ਕਾਮ ਦਾ ਸਰੀਰ ਹੈ, ਕਿਉਂਕਿ ਕਿਤੇ ਠਹਿਰਦੇ ਨਹੀਂ ਹਨ। ਉਹਨਾਂ ਰਾਜਕੁਮਾਰਾਂ ਨੂੰ ਰਾਤ ਨੇ ਚੰਦਰਮਾ ਕਰਕੇ, ਦਿਨ ਨੇ ਸੂਰਜ ਕਰਕੇ ਤੇ ਮੰਗੇਤਿਆਂ ਨੇ ਮਹਾਦਾਨੀ ਕਰਕੇ ਮੰਨਿਆ ਹੈ। ਰੋਗੀਆਂ ਨੇ ਔਖਦੀ ਕਰਕੇ, ਜਾਣੀ ਔਸ਼ਧੀ ਹੋਣੀ ਆ, ਔਖਦੀ ਦਵਾਈ, ਰੋਗੀਆਂ ਨੇ ਦਵਾਈ ਕਰਕੇ, ਯੋਗੀਆਂ ਨੇ ਅਨੰਤ ਰੂਪ ਕਰਕੇ, ਵਿਯੋਗਣਾ ਨੇ ਅਤੀ ਨਿਕਟ ਮਹੇਸ਼ ਕਰਕੇ ਮੰਨਿਆ ਹੈ। ਸ਼ਤਰੂਆਂ ਨੇ ਤਲਵਾਰ ਦੇ ਧਨੀ ਕਰਕੇ, ਮਤਾਵਾਂ ਨੇ ਬਾਲਕ ਕਰਕੇ, ਗਿਆਨੀ ਇਹ ਫੇਰ ਪਹਿਲਾਂ ਵੀ ਆਈ ਗੱਲਬਾਤ ਚੱਲੀ ਸੀਗੀ ਯਾਰ, ਫੇਰ ਸ਼ੁਰੂ ਕਰ ਲਈ।
ਗਿਆਨੀਆਂ ਨੇ ਗਿਆਨ ਦੇ ਗਿਆਤਾ ਕਰਕੇ ਤੇ ਵਿਧਾਤਾ ਦੇ ਸਮਾਨ ਮੰਨਿਆ ਹੈ। ਗਣਾਂ ਨੇ ਗਣੇਸ਼ ਕਰਕੇ, ਦੇਵਤਿਆਂ ਨੇ ਇੰਦਰ ਕਰਕੇ ਪਛਾਣਿਆ ਹੈ। ਇਸ ਤਰ੍ਹਾਂ ਨਾਲ ਵੇਖੋ ਉਹ ਉਸੇ ਤਰ੍ਹਾਂ ਦੇ ਰੂਪ ਵਿੱਚ ਬਿਰਾਜਮਾਨ ਦਿਸਦੇ ਹਨ। ਉਹਨਾਂ ਦੇ ਰੂਪ ਅੰਮ੍ਰਿਤ ਤੋਂ ਸੁਧਰ ਗਏ ਹਨ, ਜਾਂ ਉਜਾਲੇ ਵਾਂਗ ਸ਼ੋਭਦੇ ਹਨ, ਜਾਂ ਵੱਡੀ ਭਾਰੀ ਸੁੰਦਰਤਾ ਨੂੰ ਕਿਸੇ ਸੱਚੇ ਵਿੱਚ ਸਾਂਚੇ ਵਿੱਚ ਕਹਿ ਲਈਏ ਢਾਲ ਕੇ ਸੁਧਾਰਿਆ ਗਿਆ ਹੈ। ਜਾਂ ਮਹਾਮੋਨੀ ਨੂੰ ਮੋਹਨ ਵਾਸਤੇ ਵਿਧਾਤਾ ਨੇ ਵੱਡੀ ਜੁਗਤ ਨਾਲ ਵਿਚਾਰ ਕੇ ਸੂਰਮੇ ਬਣਾਏ ਹਨ। ਕਿਤੇ ਦੇਵੀ ਦੇਵਤੇ ਅਤੇ ਦੈਂਤਾਂ ਨੇ ਆਪੋ ਵਿਚਲਾ ਝਗੜਾ ਛੱਡ ਕੇ ਅਤੇ ਸ਼ੀਰ ਸਮੁੰਦਰ ਨੂੰ ਬਹੁਤ ਚਿਰ ਤੱਕ ਰਿੜ ਕੇ ਉਸ ਵਿੱਚੋਂ ਕੱਢ ਲਿਆ ਹੈ। ਜਾਂ ਵਿਸ਼ਵ ਦੇ ਸਵਾਮੀ ਨੇ ਆਪਣੇ ਵੇਖਣ ਲਈ ਇਹ ਬਣਾਏ ਹਨ, ਕਿਉਂਕਿ ਅਜਿਹੀਆਂ ਸੂਰਤਾਂ ਨੂੰ ਬਣਾਉਣ ਦੀ ਸ਼ਕਤੀ ਹੋਰ ਕਿਸੇ ਵਿੱਚ ਨਹੀਂ। ਆਪਣੇ ਰਾਜ ਦੀ ਹੱਦ ਛੱਡ ਕੇ ਬੇਗਾਨੇ ਦੇਸ਼ ਨੂੰ ਲੰਘ ਕੇ ਅੰਤ ਨੂੰ ਰਾਜਾ ਜਨਕ ਦੇ ਦੇਸ਼ ਵਿੱਚ ਆ ਕੇ ਪਹੁੰਚ ਗਏ ਹਨ। ਰਾਜਾ ਜਨਕ ਸੀਤਾ ਦਾ ਫਾਦਰ ਸੀ, ਮੇਰਾ ਖਿਆਲ ਹੈ ਨਾ। ਯਾਦਾਸ਼ਤ ਮੇਰੀ ਵੀ ਢੱਡਰੀ ਵਾਲਿਆਂ ਵਾਂਗਣ ਕਮਜ਼ੋਰ ਆ ਵਾ ਬਈ, ਦੇਖ ਕੇ ਪੜ੍ਹਨਾ ਪਊ ਮੈਨੂੰ ਵੀ। ਰਾਜਾ ਜਨਕ, ਦਸ਼ਰਥ ਤਾਂ ਮੈਨੂੰ ਪੱਕਾ ਰਾਜੇ ਆਪਣੇ ਭਗਵਾਨ ਰਾਮ ਦਾ ਫਾਦਰ ਸੀਗਾ। ਰਾਜਾ ਜਨਕ ਰਾਮ ਦਾ ਸਹੁਰਾ ਹੀ ਆ ਮੈਨੂੰ ਲੱਗਦੀ ਆ। ਅਨੇਕਾਂ ਤੁਰੀਆਂ ਵੱਜਦੀਆਂ ਸਨ, ਅਪਾਰ ਧੌਂਸੇ ਗੂੰਜਦੇ ਸਨ, ਤਰ੍ਹਾਂ ਤਰ੍ਹਾਂ ਦੇ ਵਾਜੇ ਜਾਣ ਬੁੱਝ ਕੇ ਜ਼ੋਰ ਨਾਲ ਵਜਾਉਂਦੇ ਸਨ। ਅੱਗੋਂ ਰਾਜਾ ਜਨਕ ਨੇ ਆ ਕੇ ਤਿੰਨਾਂ ਭਰਾਵਾਂ ਨੂੰ ਗਲ ਵਿੱਚ ਲਾ ਲਿਆ। ਵੇਦਾਂ ਵਿੱਚ ਦਰਸਾਈਆਂ ਸਾਰੀਆਂ ਪਰੰਪਰਾਗਤ ਰੀਤਾਂ ਰਸਮਾਂ ਕਰਕੇ ਬੈਠ ਗਏ। ਹੁਣ ਇਹ ਨਹੀਂ ਮੈਨੂੰ ਪਤਾ ਲੱਗਿਆ ਵੀ ਤਿੰਨ, ਰਾਮ ਦਾ ਤਾਂ ਪਤਾ ਘਰ ਵਾਲੀ ਸੀਤਾ, ਤੇ ਬਾਕੀ ਜਿਹੜੇ ਦੋ ਜਿਹੜੇ ਹੈਗੇ ਨੇ ਭਰਾ, ਉਹਨਾਂ ਦਾ ਵਿਆਹ ਕਿਵੇਂ ਹੋਇਆ, ਜਾਣੀ ਸਵੰਬਰ ਰਚਿਆ ਗਿਆ, ਉਹਨਾਂ ਦਾ ਸਹੁਰਾ ਕੌਣ ਹੈ, ਜਾਣੀ ਕੋਈ ਆਈਡੀਆ ਨਹੀਂ ਗਾ ਜੀ ਹਲੇ ਤੱਕ। ਰਮਾਇਣ ਵੀ ਭੁੱਲ ਗਈ ਆ, ਜਾਣੀ ਕਿ 80ਵੇਂ ਦਹਾਕੇ ਦੇ ਐਂਡ ਜਿਹਦੇ ਵਿੱਚ ਦੇਖੀ ਹੋਈ ਆ, ਪਰ ਭੁੱਲ ਗਿਆ ਹੋਇਆ ਜੀ। ਇਹ ਸਾਰਾ ਕੁਛ ਜਾਣੀ ਅੱਖੋਂ ਨਿਕਲ ਰਿਹਾ, ਅੱਖਾਂ ਦੇ ਅੱਗੇ ਦਿਮਾਗ ਦੇ ਵਿੱਚੋਂ ਆ ਕੇ ਨਾ ਪਿਕਚਰ ਦੀ ਜਿਹੜੀ ਹੈਗੀ ਸੀ। ਧਨ ਦਾ ਇਤਨਾ ਮੀਂਹ ਵਰਿਆ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਅਜਿਹੇ ਦਾਨ ਨੂੰ ਪ੍ਰਾਪਤ ਕਰਕੇ ਮੰਗਤੇ ਵੀ ਰਾਜੇ ਹੋ ਗਏ। ਇਹ ਯਾਰ ਵਾਰੀ ਵਾਰੀ ਆ ਰਹੀਆਂ ਨੇ ਗੱਲਾਂ, ਪੈਸੇ ਬਹੁਤ ਲੜਾਉਂਦੇ ਜਾਣੀ ਰਾਜ ਭਿਖਾਰੀਆਂ ਨੂੰ ਦੇਤੀ, ਮੀਨਸ ਆਏ ਕਿੱਥੋਂ ਪੈਸੇ, ਪਤਾ ਤਾਂ ਲੱਗੇ। ਰੰਗਾਂ ਦੇ ਝੰਡੇ ਲਹਿਰਾਉਂਦਿਆਂ, ਨਗਾਰਿਆਂ ਦੀ ਗੰਭੀਰ ਆਵਾਜ਼ ਕਰਦਿਆਂ, ਧੌਂਸਿਆਂ ਨੂੰ ਵਜਾਉਂਦਿਆਂ ਵੀਰ ਸੂਰਮੇ ਜਨਕਪੁਰੀ ਦੇ ਨੇੜੇ ਪਹੁੰਚ ਗਏ। ਕਿਤੇ ਚੌਰ ਝੁਲਾਏ ਜਾ ਰਹੇ ਹਨ, ਕਿਤੇ ਚਾਰਨ ਵਿਰਦਾਵਲੀ ਉਚਾਰ ਰਹੇ ਹਨ, ਕਿਤੇ ਭੱਟ ਸੁੰਦਰ ਛੰਦ ਬਣਾ ਕੇ ਗਾ ਰਹੇ ਹਨ। ਲਓ ਜੀ, ਇੱਥੇ ਆਪਾਂ 423 ਨੰਬਰ ਸਫ਼ੇ ਦੇ ਉੱਤੇ ਸਮਾਪਤ ਕਰਦੇ ਹਾਂ ਅੱਜ ਦੀ ਜਿਹੜੀ ਹੈਗੀ ਆ ਇਹ ਕਥਾ। ਇਹ ਦੂਜਾ ਪਾਰਟ ਹੈ ਜੀ। 408 ਤੋਂ ਲੈ ਕੇ 423 ਤੱਕ 15 ਸਫ਼ੇ ਮੇਰੀ ਕੋਸ਼ਿਸ਼ ਹੈਗੀ ਆ ਘੱਟੋ ਘੱਟ ਰੋਜ਼ ਦੇ ਇਹ ਕਰੇ ਜਾਣ, ਅਤੇ ਕਿਸੇ ਪਾਸੇ ਗੱਲ ਲੱਗੂਗੀ ਜੀ ਇਹਦੇ ਨਾਲ। ਬਹੁਤ ਬਹੁਤ ਧੰਨਵਾਦ ਜੀ। ਤੀਸਰੇ ਭਾਗ ਲਈ 424 ਨੰਬਰ ਸਫ਼ੇ ਤੋਂ ਮੀਨਸ ਜਲਦੀ ਲੈ ਕੇ ਪੇਸ਼ ਹੁੰਦੇ ਹਾਂ ਜੀ।